ਆਦਿ ਨਿਰੰਜਨ ਹੈ ਗੁਰੂ ਨਾਨਕ। ਤਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ। ਧਾਰ ਕੇ ਮੂਰਤ ਹੈ ਜਗ ਆਇਓ। ਆਦਿ ਕਰੋ ਗੁਰਦੇਵ ਕੋ ਬੰਦਨ। ਵਾਹਿਗੁਰੂ ਮੁਖ ਮਾਹੀ ਉਚਾਰੀ। ਦੋਇ ਕਰ ਜੋਰ ਕਰੋ ਚਰਣਾ ਪਰ। ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ। ਗੁਰ ਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ। ਸੇਵਕ ਸਰਣ ਗਹੀ ਦਰਬਾਰੀ। ਡੰਡੌਤ ਬੰਧਨ ਅਨਕ ਵਾਰ। ਸਰਵ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ। ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ। ਨਾਨਕ ਮਨ ਪ੍ਰਗਾਸ। ਮੂਹ ਉਚਰੈ ਸ਼ਾਸਤਰ ਖਾਟ। ਪਿੰਗ ਗਿਰਨ ਚੜ੍ਹ ਜਾਏ। ਅੰਧ ਲਖੈ ਬਦਰੋ ਸੁਨੈ। ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ। ਧਰ ਕਰ ਧਰ ਪਰਮਾਥ। ਗੁਰੂ ਨਾਨਕ ਸੁਖ ਸਿੰਧ ਕੋ ਹਾਥ ਜੋਰ ਪ੍ਰਣਾਮ। ਜਿਸ ਕਰਨਾ ਤੇ ਵਡਿਆਗੀ ਪਾਵਹਿ ਗਤ ਬਿਸ਼ਰਾਮ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪੰਜਵਾ। ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਭਾਈ ਗੀਤ ਸੋਹਿਤ ਕੀਏ ਵਿਖਿਆ ਰਚਿਆ ਵਾਰ। ਜਾਂਦੇ ਬਿਰਮ ਨਾ ਹੋਵਈ ਬਿਨ ਨਾਵੈ ਬਿਸਮਾਦ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ। ਜੋ ਦੀਸੈ ਸੋ ਬਿਨਸਣਾ ਮਨ ਕੀ ਮਤ ਤਿਆਗ। ਰਹਾਉ ਜਿਉ ਕਰ ਹਰਿ ਕਾਇਆ ਧਾਵੈ ਤਹਿ ਦਿਸ ਜਾਏ। ਲੋਭੀ ਜੰਤ ਨਾ ਜਾਣਈ ਭਾਖ ਅਭਾਖ ਸਭ ਖਾਏ। ਕਾਮ ਕ੍ਰੋਧ ਮਦ ਵਿਆਪਿਆ ਫਿਰ ਜੋਨੀ ਪਾਏ। ਮਾਇਆ ਜਾਲ ਫਸਾਇਆ ਭੀਤਰ ਚੋਗ ਬਣਾਏ। ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ। ਜਿਨ ਕੀਤਾ ਤਿਸੈ ਨਾ ਜਾਣਈ ਫਿਰ ਆਵੈ ਜਾਏ। ਅਨੇਕ ਪ੍ਰਕਾਰੀ ਮੋਹਿਆ ਬਹੁ ਵਿਧ ਇਹੋ ਸੰਸਾਰ। ਜਿਸਨੋ ਰੱਖੈ ਸੋ ਰਹੈ ਸਮ੍ਰਿਧ ਪੁਰਖ ਅਪਾਰ। ਹਰ ਜਨ ਹਰ ਨਿਭ ਉਦਰੇ ਨਾਮ
ਨਾਨਕ ਸਾਧ ਬਲਿਹਾਰ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਵਛਲ ਕਰੁਣਾ ਨਿਧਾਨ ਦੀਨਾ ਬੰਧੂ ਪਤਿਤ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਚੱਲ ਰਹੀ ਮਰਜ਼ਾਦਾ ਦੇ ਅਨੁਸਾਰ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪ੍ਰਕਾਸ਼ ਦੀ ਸੇਵਾ, ਪੰਜ ਬਾਣੀਆਂ ਦਾ ਨਿਤਨੇਮ, ਸ਼੍ਰੀ ਆਸਾ ਜੀ ਦੀ ਵਾਰ ਦਾ ਸੰਪੂਰਨ ਕੀਰਤਨ ਹਰਜਸ ਅਤੇ ਚੱਲ ਰਹੀ ਲੜੀਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਕਥਾ ਜੋ 50 ਅੰਗ ਦੇ ਉੱਪਰ ਜਾਰੀ ਹੈ। ਆਪ ਜੀ ਬੜੇ ਪਿਆਰ ਨਾਲ ਗੁਰਮੁਖ ਪਿਆਰਿਆਂ ਤੋਂ ਰੋਜ਼ਾਨਾ ਸ਼ਰਵਣ ਕਰਦੇ ਆ ਰਹੇ ਹਨ। ਪਿਛਲੇ ਦਿਨਾਂ 'ਚ ਇਸ ਪਵਿੱਤਰ ਅਸਥਾਨ 'ਤੇ ਗੁਰੂ ਮਹਾਰਾਜ ਜੀ ਨੇ ਅਗੰਮੀ ਕੌਤਲ ਕੀਤਾ ਸੀ, ਸਿੱਖੀ ਦੀ ਪਰਖ ਕੀਤੀ। ਪਰਖ ਵਿੱਚ ਪੂਰੇ ਉਤਰਨ ਵਾਲੇ ਗੁਰਸਿੱਖ ਭਾਈ ਸਾਹਿਬ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਹਿੰਮਤ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਜਿਨ੍ਹਾਂ ਨੂੰ ਖੰਡੇ ਵਾਟੇ ਦਾ ਅੰਮ੍ਰਿਤ ਛਕਾ ਕੇ ਗੁਰੂ ਮਹਾਰਾਜ ਜੀ ਨੇ ਖਾਲਸੇ ਦੀ ਪਦਵੀ ਬਖਸ਼ੀ ਅਤੇ ਆਪ ਜੀ ਨੇ ਵੀ ਉਹਨਾਂ ਤੋਂ ਅੰਮ੍ਰਿਤ ਛਕ ਕੇ ਖਾਲਸੇ ਨਾਲ ਅਭੇਦਤਾ ਜੋ ਹੈ ਉਹ ਵਰਤਾਉਣਾ ਕੀਤੀ ਹੈ। ਇਹ ਗੁਰਪੁਰਬ ਇਸ ਪਵਿੱਤਰ ਅਸਥਾਨ 'ਤੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਔਰ ਵਿਸਾਖੀ ਦਾ ਪੁਰਬ ਗੋਇੰਦਵਾਲ ਸਾਹਿਬ ਦੀ ਪਾਵਨ ਜੋ ਧਰਤੀ 'ਤੇ ਭਾਈ ਪਾਰੋ ਜੀ ਦੀ ਬੇਨਤੀ ਤੋਂ ਆਰੰਭ ਕੀਤਾ ਗਿਆ ਸੀ। ਇਹ ਦੁਆਬੇ ਵਾਲੇ ਕਰਤਾਰਪੁਰ ਸਾਹਿਬ ਵੀ ਤਥਾ ਦਿਹਾਤੀ ਗੁਰਪੁਰਬ ਵੀ ਹੈ, ਜੋ ਤਕਰੀਬਨ ਬਹੁਤ ਸਾਰੇ ਅਸਥਾਨਾਂ 'ਤੇ ਮਨਾਇਆ ਜਾਂਦਾ ਸੀ। ਕਿਸਾਨ ਲੋਕਾਂ ਨੂੰ ਮੰਡੀਆਂ ਵਿੱਚ ਅਨਾਜ ਆਉਣ 'ਤੇ ਮਾਇਆ ਸਾਰੇ ਸੰਸਾਰ ਦੇ ਉੱਤੇ ਵੀ, ਔਰ ਸਨਾਤਨੀ ਲੋਕ ਵੀ ਹਰਿਦੁਆਰ ਵਗੈਰਾ ਜਾਂਦੇ ਸੀ। ਇਹ ਪਵਿੱਤਰ ਜਿਹੜਾ ਗੁਰਪੁਰਬ ਹੈ, ਖਾਲਸੇ ਦੀ ਸਾਜਣਾ ਦਾ ਦਿਵਸ, ਇਸ ਪਵਿੱਤਰ ਸਥਾਨ 'ਤੇ ਮਹਾਰਾਜ ਨੇ ਬਚਿੱਤਰ ਕੌਤਕ ਕਰਕੇ ਅੰਮ੍ਰਿਤ ਦੀ ਪਵਿੱਤਰ ਦਾਤ ਜੋ ਹੈ ਬਖਸ਼ਿਸ਼ ਕੀਤੀ ਸੀ। ਅੱਜ ਵੀ ਖਾਲਸਾ ਪੰਥ ਦੇ ਅੰਦਰ ਮਹਾਨ ਗੁਰਪੁਰਬ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਥਾ ਸਿੱਖ ਪੰਥ ਦੀਆਂ ਸਾਰੀਆਂ ਜਥੇਬੰਦੀਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 400 ਸਾਲਾ ਜੋ ਅਵਤਾਰ ਪੁਰਬ ਹੈ, ਸਤਿਗੁਰਾਂ ਦੇ ਜੋ ਪਵਿੱਤਰ ਸਥਾਨ ਅਵਤਾਰ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹਾਰਾਜ ਦੀ ਯਾਦ ਵਿੱਚ ਪਾਠਾਂ ਦੇ ਭੋਗ ਨਗਰ ਕੀਰਤਨ ਹੋਏ ਹੈ।
ਤੇ ਅੱਜ ਦਰਬਾਰ ਸਾਹਿਬ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਵਿਸ਼ੇਸ਼ ਸਮਾਗਮ ਵੀ ਹੋ ਰਹੇ ਹਨ। ਔਰ ਜਿਵੇਂ ਗੁਰੂ ਮਹਾਰਾਜ ਜੀ ਨੇ ਗੁਰੂ ਸਾਹਿਬਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਦਰਜ ਕੀਤੀ ਹੈ ਕਿ ਜਿਹੜੇ ਭਗਤ ਗੁਰੂ ਮਹਾਰਾਜ ਦੀ ਦ੍ਰਿਸ਼ਟੀ ਵਿੱਚ ਪ੍ਰਵਾਨ ਚੜ੍ਹੇ, ਉਹਨਾਂ ਦੀਆਂ ਬਾਣੀਆਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀਆਂ ਗਈਆਂ ਹਨ। ਔਰ ਜਿਨ੍ਹਾਂ ਵਿੱਚੋਂ ਭਾਈ ਧੰਨਾ ਜੀ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਵੀ ਨਿਯਮ ਬਣਾਇਆ ਕਿ ਜਿੱਥੇ ਗੁਰੂ ਸਾਹਿਬਾਂ ਦੇ ਗੁਰਪੁਰਬ ਮਨਾਏ ਜਾਂਦੇ ਹਨ, ਉੱਥੇ ਭਗਤਾਂ ਦੇ ਜਿਹੜੇ ਦਿਨ ਆ ਇਹ ਵੀ ਮਨਾਏ ਜਾਣ। ਸੋ ਇਸ ਵਾਸਤੇ ਅੱਜ ਭਗਤ ਧੰਨਾ ਜੀ ਦਾ ਵੀ ਜਨਮ ਦਿਨ ਹੈ। ਸੋ ਇਸ ਵਾਸਤੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ 5 ਸਾਹਿਬਜ਼ਾਦੇ ਸਨ, ਬਾਬਾ ਸੂਰਜਮਲ ਜੀ, ਬਾਬਾ ਗੁਰਦਿੱਤਾ ਸਾਹਿਬ ਔਰ ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਹਾਰਾਜ ਦੇ 3 ਮਹਿਲ ਸਨ, ਮਾਤਾ ਦਮੋਦਰੀ ਜੀ, ਮਾਤਾ ਮਰਵਾਹੀ ਜੀ ਔਰ ਧੰਨ ਧੰਨ ਜਗਤ ਮਾਤਾ ਨਾਨਕੀ ਜੀ, ਜੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਸਾਡੇ ਸਾਰਿਆਂ ਦੇ ਮਾਤਾ ਜੀ। ਔਰ ਉਹਨਾਂ ਦੇ ਗ੍ਰਹਿ ਵਿਖੇ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ, ਜਿੱਥੇ ਅੱਜ ਗੁਰਦੁਆਰਾ ਗੁਰੂ ਕੇ ਮਹਿਲ ਇਹ ਮਹਾਰਾਜ ਦਾ ਆਪਣਾ ਰਹਿਸ਼ੀ ਸਥਾਨ ਸੀ। ਇਸ ਸਥਾਨ 'ਤੇ ਆਪ ਜੀ ਦਾ ਅਵਤਰਨ ਹੋਇਆ ਔਰ ਗੁਰੂ ਮਹਾਰਾਜ ਜੀ ਦੀ ਦੇਖ ਰੇਖ ਵਿੱਚ ਉਹਨਾਂ ਦਾ ਪਾਲਣਾ ਪੋਸ਼ਣਾ ਔਰ ਉਹਨਾਂ ਦਾ ਵਿੱਦਿਆ ਅਧਿਐਨ ਜੋ ਕੁਝ ਵੀ ਹੈ, ਮਹਾਰਾਜ ਨੇ ਆਪ ਕਿਰਪਾ ਕਰਕੇ ਬਖਸ਼ਾਂ ਕੀਤੀਆਂ। ਔਰ ਜਵਾਨ ਅਵਸਥਾ ਵਿੱਚ ਆਏ ਘੋੜ ਸਵਾਰੀ ਸ਼ਸਤਰ ਅਸਤਰ ਵਿੱਦਿਆ ਦਾ ਅਭਿਆਸ ਵੀ ਪੂਰਨ ਤੌਰ 'ਤੇ ਉਹਨਾਂ ਨੂੰ ਬਖਸ਼ਿਆ ਕਿ ਮਹਾਰਾਜ ਜੀ ਨੇ 4 ਧਰਮ ਯੁੱਧ ਲੜੇ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਪਹਿਲਾ ਔਰ ਇਸੇ ਤਰ੍ਹਾਂ ਫਿਰ ਗੁਰੂਸਰ ਮਹਾਰਾਜ ਹਰਗੋਬਿੰਦਪੁਰ ਅਤੇ ਕਰਤਾਰਪੁਰ ਦੁਆਬੇ ਵਾਲੇ ਜੋ ਪੈਂਡਾ ਖਾਨੇ ਮੁਕਹਰਾਮੀ ਹੋਇਆ, ਉਦੋਂ ਲੱਖ ਫੌਜ ਚੜ੍ਹਾ ਕੇ ਲਿਆਇਆ ਸੀ। ਜੰਗ ਹੋਇਆ, ਇਸ ਜੰਗ ਵਿੱਚ ਜਿੱਥੇ ਪਾਤਸ਼ਾਹ ਜੀ ਨੇ ਆਪ ਬਾਬਾ ਗੁਰਦਿੱਤਾ ਸਾਹਿਬ, ਉਸ ਜੰਗ ਵਿੱਚ ਬੇਅੰਤ ਗੁਰਸਿੱਖਾਂ ਨੇ ਵੀ ਜ਼ੋਰ ਦਿਖਾਏ, ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਔਰ ਦੁਸ਼ਟ ਚੌਂਕੜੀ 1 ਲੱਖ ਫੌਜ ਦਾ ਸਫਾਇਆ ਕੀਤਾ। ਇਸ ਜੰਗ ਵਿੱਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਵੀ ਗੁਰੂ ਮਹਾਰਾਜ ਦੀ ਆਸ਼ੀਰਵਾਦ ਲੈ ਕੇ ਭਾਗ ਲਿਆ। ਇਤਿਹਾਸਕਾਰ ਕੁਝ ਐਸਾ ਵਿਚਾਰ ਵੀ ਦਿੰਦੇ ਹਨ ਕਿ ਆਪ ਜੀ ਦਾ ਪਹਿਲਾ ਨਾਮ ਤਿਆਗ ਬਿਰਤੀ ਕਰਕੇ ਤਿਆਗਮਲ ਰੱਖਿਆ ਗਿਆ ਸੀ। ਜਦੋਂ ਆਪ ਜੀ ਨੇ ਇਸ ਜੰਗ ਵਿੱਚ ਤੇਗ ਦੀ ਬਹਾਦਰੀ ਦਿਖਾਈ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇਸ ਧਰਮ ਯੁੱਧ ਵਿੱਚ ਬਹਾਦਰੀ ਦਿਖਾਉਣ ਤੋਂ ਬਹੁਤ ਹੀ ਪ੍ਰਸੰਨ ਹੋ ਕਰਕੇ ਆਪ ਜੀ ਨੂੰ ਤੇ ਤੇਗ ਬਹਾਦਰ ਇਸ ਨਾਮ ਦੀ ਜੋ ਬਖਸ਼ਿਸ਼ ਕੀਤੀ। ਸੋ ਜਦੋਂ ਫਿਰ ਮਹਾਰਾਜ ਜੀ ਨੇ ਕੀਰਤਪੁਰ ਤਾਰਾ ਆਜ਼ਮ ਜੋ 52 ਰਾਜਿਆਂ 'ਚੋਂ ਮਹਾਰਾਜ ਨੇ ਬਾਹਰ ਕੱਢਿਆ ਸੀ, ਉਹਦੀ ਬੇਨਤੀ ਤੋਂ ਇਹ ਕੀਰਤਪੁਰ ਨਗਰ ਵਸਾਇਆ। ਇੱਥੇ ਹੀ ਮਹਾਰਾਜ ਜੀ ਨੇ ਪਤਾਲਪੁਰੀ ਦੇ ਸਥਾਨ 'ਤੇ ਜੋਤੀ ਜੋਤ ਸਮਾਉਣ ਦਾ ਸੰਕਲਪ ਬਣਾਇਆ। ਭਾਵੇਂ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਗੁਰਤਾ ਗੱਦੀ ਦੇਣੀ ਚਾਹੁੰਦੇ ਸੀ,
ਉਹ ਜਿੰਦੂੜੀ ਦੇ ਅਸਥਾਨ 'ਤੇ ਗਊ ਜਿੰਦਾ ਕਰਨ ਤੋਂ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਐਸਾ ਨਹੀਂ, ਜਿਵੇਂ ਬਾਬਾ ਅਟਲ ਰਾਏ ਜੀ ਨੇ ਵੀ ਉਹ ਸੋਹਣੀ ਉਹ ਮੋਹਨ ਖੱਤਰੀ ਜਿਹੜਾ ਉਹਨੂੰ ਜਿੰਦਾ ਕੀਤਾ ਸੀ, ਇਸ ਤਰ੍ਹਾਂ ਬਾਬਾ ਗੁਰਦਿੱਤਾ ਸਾਹਿਬ ਇੱਕ ਮਿਆਨ 'ਚ ਦੋ ਤਲਵਾਰਾਂ ਨੇ, ਤੁਸੀਂ ਰਹੋ ਜਾਂ ਅਸੀਂ। ਇਹ ਬਾਬਾ ਗੁਰਦਿੱਤਾ ਸਾਹਿਬ ਜਿੱਥੇ ਉਹਨਾਂ ਦਾ ਪਵਿੱਤਰ ਅਸਥਾਨ ਹੈ, ਉੱਥੇ ਲੀਲਾ ਵਰਤਾ ਗਏ ਸੀ। ਬਹੁਤ ਵਾਰ ਵੀ ਮਹਾਰਾਜ ਨੇ ਬਖਸ਼ੇ। ਉਹਨਾਂ ਦੇ ਸਾਹਿਬਜ਼ਾਦੇ ਬਾਬਾ ਧੀਰਮਲ ਅਤੇ ਸ਼੍ਰੀ ਗੁਰੂ ਹਰਿਰਾਏ ਸਾਹਿਬ। ਧੀਰਮਲ ਜਿਹੜਾ ਸੀ ਉਹ ਗੁਰੂ ਮਹਾਰਾਜ ਦੀ ਕਸੌਟੀ 'ਤੇ ਪੂਰਾ ਨਹੀਂ ਉਤਰਿਆ। ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਗੁਰੂ ਮਹਾਰਾਜ ਦੇ ਬਚਨਾਂ ਦੇ ਅਨੁਕੂਲ ਵਰਤੇ, ਉਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ। ਉਸ ਵੇਲੇ ਫਿਰ ਸੂਰਜਮਲ ਦੀ ਮਾਤਾ ਨੇ ਵੀ ਥੋੜ੍ਹਾ ਇਤਰਾਜ਼ ਕੀਤਾ ਵੀ ਮੇਰਾ ਪੁੱਤਰ ਵੀ ਯੋਗ ਸੀ, ਹੱਥ ਜੋੜ ਕੇ ਚੱਲ ਪਏ ਸੀ। ਅਤੇ ਫਿਰ ਗੁਰਸਿੱਖਾਂ ਨੇ ਬੇਨਤੀ ਕਰਕੇ ਮੋੜਿਆ। ਮਹਾਰਾਜ ਨੇ ਸੂਰਜਮਲ ਨੂੰ ਪੁੱਛਿਆ ਵੀ ਤੈਨੂੰ ਗੱਦੀ ਚਾਹੀਦੀ ਹੈ? ਕਹਿਣ ਲੱਗੇ ਸਿੱਖੀ ਚਾਹੀਦੀ ਹੈ। ਮਹਾਰਾਜ ਫਿਰ ਬਹੁਤ ਖੁਸ਼ ਹੋਏ, ਕਹਿੰਦੇ ਜਾ ਤੇਰੀ ਅੰਸ ਵੰਸ ਬਹੁਤ ਵਧੇ ਫੁੱਲੇਗੀ। ਆ ਤਕਰੀਬਨ ਜਿੰਨੇ ਸੋਢੀ ਹੈ ਇੱਥੇ ਇਹ ਸੂਰਜਮਲ ਦੀ ਔਲਾਦ 'ਚੋਂ ਹੀ। ਜਿਹੜੇ ਕਰਤਾਰਪੁਰ ਆ ਉਹ ਧੀਰਮਲੀ ਹੈ, ਉਹਨਾਂ ਦਾ ਪਤਾ ਹੀ ਆਪ ਜੀ ਨੂੰ ਸਾਰਿਆਂ ਨੂੰ। ਸੋ ਇਸ ਵਾਸਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਉਹਨਾਂ ਨੇ ਵੀ ਬੇਨਤੀ ਕੀਤੀ ਵੀ ਮਹਾਰਾਜ ਮੇਰੇ ਸਾਹਿਬਜ਼ਾਦੇ ਵਾਸਤੇ। ਮਹਾਰਾਜ ਕਹਿੰਦੇ ਸਮੇਂ ਦੀ ਉਡੀਕ ਕਰੋ, ਇਹ ਵੀ ਇਸ ਗੱਦੀ 'ਤੇ ਆਉਣਗੇ, ਇਹਨਾਂ ਦੇ ਜਿੰਮੇ ਬਹੁਤ ਵੱਡੀ ਸੇਵਾ ਹੈ। ਨਾਲ ਇਹ ਵੀ ਵਰ ਦਿੱਤਾ ਸੀ ਇਹਨਾਂ ਦੇ ਜੋ ਸਾਹਿਬਜ਼ਾਦੇ ਹੋਣਗੇ ਉਹ ਸਾਡੇ ਵਾਂਗ ਬੜੇ ਮਹਾਨ ਸੂਰਵੀਰ ਬਹਾਦਰ ਯੋਧੇ ਹੋਣਗੇ, ਧਰਮ ਯੁੱਧ ਕਰਨਗੇ, ਖਾਲਸੇ ਪੰਥ ਦੀ ਸਿਰਜਣਾ ਕਰਨਗੇ, ਦੁਸ਼ਟ ਚੌਕੜੀ ਦਾ ਸੁਫਾਇਆ ਕਰਨਗੇ। ਔਰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੀ ਮਹਾਰਾਜ ਨੇ ਜਗਤ ਮਾਤਾ ਨਾਨਕੀ ਜੀ ਨੂੰ ਆਗਿਆ ਕਰਤੀ ਸੀ ਕਿ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨਾਲ ਲੈ ਕੇ ਤੁਸੀਂ ਜੋ ਮਾਤਾ ਜੀ ਦਾ ਪੇਕੇ ਪਿੰਡ ਸੀ, ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਨਕੇ ਪਿੰਡ ਸੀ, ਬਾਬਾ ਬਕਾਲਾ ਸਾਹਿਬ ਚਲੇ ਜਾਓ। ਅਤੇ ਆਪ ਜੀ ਫਿਰ ਉੱਥੇ ਚਲੇ ਗਏ ਸੀ। ਉੱਥੇ ਫਿਰ ਮਹਾਰਾਜ ਨੇ 27 ਸਾਲ 9 ਮਹੀਨੇ 9 ਦਿਨ 9 ਘੜੀਆਂ 9 ਪਲ ਅੱਜ ਵੀ ਮਹਾਰਾਜ ਦਾ ਭੋਰਾ ਸਾਹਿਬ ਸਥਾਨ ਹੈ, ਇੱਥੇ ਵੀ ਹੈ। ਕਿਉਂਕਿ ਮਹਾਰਾਜ ਪਹਿਲਾਂ ਤੋਂ ਹੀ ਬਰਾਗ ਤਿਆਗ ਵਰਤਦੇ ਸੀ ਅਤੇ ਉੱਥੇ ਮਹਾਰਾਜ ਆਪਣੇ ਨਿਜਾਨੰਦ ਵਿੱਚ ਲੀਨ ਰਹਿੰਦੇ ਸੀ। ਅਤੇ ਜਦੋਂ ਫਿਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਔਰੰਗਜ਼ੇਬ ਨੇ ਬੁਲਾਇਆ ਅਤੇ ਮਹਾਰਾਜ ਦਾ ਪਰਨ ਸੀ ਨੈ ਮਲੇਸ਼ ਕੋ ਦਰਸ਼ਨ ਦੇ ਹਨ। ਅਤੇ ਫਿਰ ਸ਼੍ਰੀ ਰਾਮ ਰਾਏ ਜੀ ਨੂੰ ਬਰਕਤਾਂ ਦੇ ਕੇ ਭੇਜਿਆ ਸੀ। ਰਾਮ ਰਾਏ ਨੇ ਫਿਰ ਉੱਥੇ 365 ਕਰਾਮਾਤਾਂ ਦਿਖਾਈਆਂ। ਕੋਈ ਨਾ ਕੋਈ ਈਰਖਾ ਦਾ ਖੜਯੰਤਰ ਜਿਹੜੇ ਉਹ ਮੌਲਵੀ ਕਾਜੀ ਰੋਜ਼ ਰਚਦੇ ਹੀ ਰਹਿੰਦੇ ਸੀ। ਅਤੇ ਉਹਨਾਂ ਨੇ ਇਹ ਇੱਕ ਸ਼ੈਤਾਨੀ ਕੀਤੀ ਕਿ ਦੇਖੋ ਜੀ ਇਹਨਾਂ ਦੇ ਗੁਰੂ ਸਾਹਿਬ ਦੀ ਬਾਣੀ ਵਿੱਚ ਮੁਸਲਮਾਨ ਧਰਮ ਦੀ ਹੇਠੀ ਕੀਤੀ ਹੈ, ਲਿਖਿਆ ਮਿੱਟੀ ਮੁਸਲਮਾਨ ਕੀ। ਜਦੋਂ ਆਉਂਦੇ ਉਹਨਾਂ ਨੂੰ ਇਹਦਾ ਅਰਥ ਪੁੱਛੋ। ਉੱਥੇ ਰਾਮ ਰਾਏ ਝੇਪ ਵਿੱਚ ਆ ਗਿਆ, ਕਹਿਣ ਲੱਗੇ ਨਹੀਂ ਇਹ ਹੈਗਾ ਮਿੱਟੀ ਬੇਈਮਾਨ ਦੀ। ਅਤੇ ਜਦੋਂ ਮਹਾਰਾਜ ਕੋਈ ਬਚਨ ਆਇਆ ਸਿੱਖ ਸੰਗਤਾਂ ਵੱਲੋਂ, ਕਹਿਣ ਲੱਗੇ ਤਿੰਨਾਂ ਲੋਕਾਂ 14 ਭਵਨਾਂ 'ਚ ਧੰਨ ਗੁਰੂ ਨਾਨਕ ਸਾਹਿਬ ਖੰਡਾਂ ਬ੍ਰਹਮੰਡਾਂ ਦੇ ਮਾਲਕ ਆ, ਉਹਨਾਂ ਦੀ ਬਾਣੀ 'ਤੇ ਕਿੰਤੂ ਕਰਨ ਦੀ ਕਿਸੇ ਵਿੱਚ ਜ਼ਰੂਰਤ ਨਹੀਂ ਹੋਈ। ਅਤੇ ਸਾਡਾ ਹੀ ਸਾਹਿਬਜ਼ਾਦਾ ਹੋ ਕੇ ਅਤੇ ਮਹਾਰਾਜ ਦੀ ਬਾਣੀ ਦੇ ਉੱਤੇ ਸ਼ੱਕ ਕੀਤੀ ਹੈ। ਜਿੱਥੇ ਅੱਗੇ 365 ਕਰਾਮਾਤਾਂ ਦਿਖਾਈਆਂ, ਇੱਕ ਹੋਰ ਦਿਖਾਲ ਦਿੰਦਾ, ਸਾਡੀਆਂ ਦਿਖਾਲਦਾ ਕਿਹੜਾ ਮੁੱਕ ਚੱਲੀਆਂ ਸੀ। ਅਤੇ ਬਾਕੀ ਜਿੱਦਣ ਦਾ ਗਿਆ ਕੀਰਤਪੁਰੋਂ ਮੁੜ ਕੇ ਸਾਨੂੰ ਮੂੰਹ ਨਹੀਂ ਦਿਖਾਇਆ। ਅਤੇ ਕਈ ਕਰਾਮਾਤਾਂ ਨਹੀਂ ਕਰਨ ਯੋਗ ਸੀ, ਔਰੰਗਜ਼ੇਬ ਦੀ ਝੇਪ 'ਚ ਆ ਕੇ ਕਰਦਾ ਰਿਹਾ ਮਾਇਆ ਪਦਾਰਥਾਂ 'ਚ। ਮਹਾਰਾਜ ਨੇ ਕਿਹਾ ਜਿੱਧਰ ਉਹਦਾ ਮੂੰਹ ਉੱਧਰ ਹੀ ਚਲੇ ਜਾਏ, ਸਾਡੇ ਮੱਥੇ ਨਾ ਲੱਗੇ। ਅਤੇ ਪਹਿਲਾਂ ਵੀ ਸਿੱਖ ਸੰਗਤਾਂ ਨੇ ਬੇਨਤੀ ਕੀਤੀ ਸੀ ਮਹਾਰਾਜ ਗਾਂ ਗੁਰਤਾ ਗੱਦੀ 'ਤੇ। ਉਦੋਂ ਰਾਮ ਰਾਏ ਵੀ ਕੀਰਤਪੁਰੇ ਸੀ ਅਤੇ ਮਹਾਰਾਜ 8ਵੇਂ ਪਾਤਸ਼ਾਹ ਕਹਿੰਦੇ ਜਦੋਂ ਦੋਨੋਂ ਸਾਹਿਬਜ਼ਾਦੇ ਸ੍ਰੀ ਜਪਜੀ ਸਾਹਿਬ ਪੜ੍ਹਦੇ ਹੋਣਗੇ ਨਾ, ਅਤੇ ਆਹ ਤਕਲੇ ਲੈ ਲੈਣੇ, ਉਹਨਾਂ ਦੇ ਮੰਜਿਆਂ ਦੇ ਪਾਵਿਆਂ 'ਚ ਹੋ ਕੇ ਦੇਖ ਲੈਣਾ।
ਇਹ ਜਿੱਥੇ ਰਾਮ ਰਾਏ ਪੜ੍ਹਦਾ ਸੀ ਉੱਥੇ ਤਾਂ ਉਹ ਕੋਈ ਗੱਲ ਬਣੀ ਨਾ। ਜਿੱਥੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਉਹ ਤਕੜਾ ਸਾਰਾ ਵਿੱਚ ਹੀ ਧੱਸ ਗਿਆ, ਇਹ ਮੋਮ ਬਣ ਗਿਆ। ਉਦੋਂ ਸੰਗਤਾਂ ਨੂੰ ਵੀ ਮਹਾਰਾਜ ਦੁਰਾਡੇ ਆ ਨਹੀਂ ਸਕਦੇ। ਮਹਾਰਾਜ ਨੇ ਸ਼ੰਕਾ ਕਰਤੀ ਸੀ ਕਿ 8ਵੇਂ ਪਾਤਸ਼ਾਹ ਨੂੰ ਮਹਾਰਾਜ ਨੇ ਇਹ ਕਿਰਪਾ ਕੀਤੀ। ਇਹ ਔਰੰਗਜ਼ੇਬ ਈਰਖਾ ਇੱਕ ਐਸੀ ਭੈੜੀ ਬਿਮਾਰੀ ਹੈ, ਇਹ ਨਿਕਲਦੀ ਨਹੀਂ। ਹੁਣ ਦੇਖੋ ਕਿੰਨਾ ਬਾਦਸ਼ਾਹ ਮੰਨ ਰਿਹਾ, 37 ਪਿੰਡਾਂ ਦੀ ਜਗੀਰ ਵੀ ਦੇਹਰਾਦੂਨ ਦਿੱਤੀ ਹੈ, ਅਤੇ ਸਿੱਖ ਸੰਗਤਾਂ ਬੜੀਆਂ ਆਪਣੀ ਫੌਜ ਵੀ ਬਣਾਈ ਫਿਰ ਰਿਹਾ। ਪਰ ਫਿਰ ਵੀ ਇੱਕ ਗੱਦੀ ਉਹ ਲੈ ਗਿਆ ਕਿ ਉਹਨਾਂ ਨੂੰ ਵੀ ਬੁਲਾਓ, ਕਰਾਮਾਤ ਦੇਖੋ। ਔਰੰਗਜ਼ੇਬ ਨੇ ਕਿਹਾ ਵੀ ਦੇਖੋ ਉਹ ਬਾਲ ਸਰੂਪ ਆ ਕਿ ਉਹਨਾਂ ਨੂੰ ਤੂੰ ਕਾਲੇ ਕਰਦਾ, ਪਰ ਹਟਿਆ ਨਹੀਂ। ਜਦੋਂ ਮੌਕਾ ਲੱਗਦਾ ਰਿਹਾ ਖਾਨਾ ਫੂਸੀ ਕਰਦਾ ਰਿਹਾ। ਅਖੀਰੀ ਫਿਰ ਔਰੰਗਜ਼ੇਬ ਨੂੰ ਪ੍ਰਭਾਵਿਤ ਕਰ ਰਿਹਾ। ਫਿਰ ਜੈ ਸਿੰਘ ਨੂੰ ਕਿਹਾ, ਉਹਨੇ ਆਪਣਾ ਪ੍ਰਧਾਨ ਭੇਜਿਆ ਕਿ ਮਹਾਰਾਜ ਤੇ ਜਾਣੀ ਜਾਣ ਸੀਗੇ ਚਲੇ ਗਏ। ਉੱਥੇ ਹੈ ਜੇ ਡਾਕੀ ਦੀ ਬਿਮਾਰੀ ਫੈਲੀ ਹੋਈ ਸੀ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਲ ਦੇ ਉੱਤੇ ਸ੍ਰੀ ਜਪਜੀ ਸਾਹਿਬ ਦਾ ਪਾਠ ਕਰਕੇ ਇੱਕ ਚੁਵੱਚੇ ਵਿੱਚ ਪਾ ਦਿੱਤਾ ਕਿ ਜਿਹੜਾ ਵੀ ਛਕੇਗਾ ਉਹਦਾ ਰੋਗ ਦੂਰ ਹੋ ਜਾਵੇ। ਕਿਉਂ ਚਰਨ ਘਾਲ ਦਾ ਮਤਲਬ ਇਹ ਹੀ ਹੈ, ਜਿਵੇਂ ਬਾਣੀ ਦੇ ਸ਼ਬਦ ਦੇ 4 ਬੰਦ ਹੁੰਦੇ ਆਪਾਂ ਕਹਿ ਦੇਣਾ ਨਾ, ਇਹ 4 ਚਰਨ ਆ, 4 ਬੰਦ ਕਹਿ ਦਿਓ, ਪਹਿਰੇ ਕਹਿ ਦਿਓ, ਕਿਉਂਕਿ ਬਾਣੀ ਨਾਲੋਂ ਵੱਡਾ ਕੋਈ ਅੰਮ੍ਰਿਤ ਨਹੀਂ। ਪਹਿਲੇ ਗੁਰੂ ਜਪਜੀ ਸਾਹਿਬ ਪੜ੍ਹ ਕੇ 5 ਪਤਾਸੇ ਪਾ ਕੇ ਇਹ ਆਨੰਦ ਸਾਹਿਬ 6ਵੇਂ ਪਾਤਸ਼ਾਹ ਫਿਰ ਤੀਰ ਦੀ ਨੋਕ ਵਿੱਚ ਫੇਰ ਦਿੰਦੇ ਸੀ। 9ਵੇਂ 'ਤੇ ਇਹੀ ਚੱਲਦਾ ਰਿਹਾ। 10ਵੇਂ ਪਾਤਸ਼ਾਹ ਨੇ ਫੇਰ ਖੰਡੇ ਬਾਟੇ ਦਾ 5 ਬਾਣੀਆਂ ਦੇ ਨਾਲ ਕਿਰਪਾ ਕੀਤੀ, ਸਿੱਖ ਤੋਂ ਸਿੰਘ ਤੱਕ ਕੇ ਸਾਰਾ ਸਿੱਖੀ ਨੂੰ ਸੰਪੂਰਨਤਾ ਬਖਸ਼ੀ। ਉਹ ਮਹਾਰਾਜ ਦਾ ਤੇਜ ਪ੍ਰਤਾਪ ਬਹੁਤ ਵੱਧ ਗਿਆ। ਇਹ ਜਰ ਨਾ ਹੋਵੇ, ਇਹ ਨਾ ਸੱਦਦਾ ਤਾਂ ਚੰਗਾ ਹੀ ਸੀ, ਕਿ ਮੈਂ ਤਾਂ ਹੋਰ ਕੰਮ ਲਈ ਕੀਤਾ ਸੀ। ਫਿਰ ਜਰਿਆ ਨਹੀਂ ਗਿਆ। ਕਹਿਣ ਲੱਗਾ ਛੋਟੇ ਬੱਚੇ ਜਿਹੜੇ ਇਹ ਤਾਂ ਸੀਤਲਾ ਦਾ ਖਾਜ ਹੁੰਦੇ, ਅਤੇ ਮਹਾਰਾਜ ਨੇ ਕਿਹਾ ਹੈ ਤਾਂ ਭਾਵੀ 'ਚ ਹੀ, ਜੇ ਹੁਣ ਅਸੀਂ ਚੁੱਪ ਰਹੇ ਤਾਂ ਗੁਰਤਾ ਗੱਦੀ 'ਤੇ ਲੋਕ ਤਰਕ ਕਰਨਗੇ। ਮਹਾਰਾਜ ਕਹਿੰਦੇ ਲੋਕਾਂ ਦੀ ਮੌਤ ਬਾਰੇ ਦੱਸਣ ਡਿਆ, ਇਹਨੂੰ ਨਹੀਂ ਪਤਾ ਵੀ ਮੇਰੀ ਮੌਤ ਕਿਵੇਂ ਹੋਣੀ। ਫਿਰ ਦੇਖ ਲਓ, ਕਹਿੰਦੇ ਜਿੰਨੇ ਮਰਜ਼ੀ ਵਿਆਹ ਕਰਾ ਲੈ, ਇਹਦੇ ਗਾਂ ਸੰਤਾਨ ਨਹੀਂ ਹੋਈ। ਸੰਤਾਨ ਤੋਂ ਬਿਨਾਂ ਗਿਆ ਅਤੇ ਮਸੰਦਾ ਨੇ ਫਿਰ ਇਹਨੂੰ ਜੀਂਦੇ ਨੂੰ ਦੇਖ ਲਓ ਸਾੜਿਆ। ਸੋ ਇਸ ਵਾਸਤੇ 8ਵੇਂ ਪਾਤਸ਼ਾਹ ਜਦੋਂ ਫਿਰ ਜੋਤੀ ਜੋਤ ਸਮਾਉਣ ਦਾ ਸਮਾਂ ਆਇਆ, ਔਰੰਗਜ਼ੇਬ ਨੇ ਵੀ ਯਤਨ, ਕਹਿੰਦੇ ਵੀ ਹੁਣ ਤਾਂ ਨਹੀਂ ਮੈਨੂੰ ਰੋਕਣਗੇ, ਵੀ ਇਹਨਾਂ ਦਾ ਪਰਨ ਸੀ ਦੇਖੀਏ ਰਹਿੰਦਾ ਕਿ ਨਹੀਂ। ਅਤੇ ਆਇਆ ਇਹ, ਅਤੇ ਬਸ ਐਸਾ ਭੈਜ ਲਾਇਆ, ਮਿਰਗੀ ਦਾ ਜਿਵੇਂ ਦੌਰਾ ਪੈਂਦਾ, ਮੂੰਹ ਦੇ ਮੂੰਹ ਡਿੱਪਿਆ, ਮੂੰਹ 'ਚੋਂ ਝੱਗ ਜਾਣ ਲੱਗ ਪਏ, ਡਰ ਗਿਆ ਫਿਰ ਬਹੁਤ। ਉੱਥੋਂ ਫਿਰ ਆਸਰਾ ਜਿਹਾ ਲੈ ਕੇ ਦੌੜ ਨਿਕਲਿਆ। ਬੇਸ਼ਰਮ ਪੂਰਾ ਸੀ ਨਾ, ਜੇ ਪਤਾ ਲੱਗ ਗਿਆ ਲੋਕ ਕਹਿਣਗੇ ਲੈ ਹੁਣ ਪੈਸੇ ਪੀਦ ਹੋ ਗਿਆ ਹੈਂ। ਅਸਲੀਅਤ ਨਹੀਂ ਇਹ ਪ੍ਰਗਟ ਕੀਤੀ। ਮਹਾਰਾਜ ਨੇ ਫੇਰ ਵੀ ਦਰਸ਼ਨ ਦਿੱਤੇ ਨੇ। ਫਿਰ ਭਾਈ ਜਿਹੜੇ ਬੱਠਾ ਜੀ, ਭਾਈ ਦਰਗਾਹੀ ਮਲ ਵਗੈਰਾ ਸੀਗੇ, ਬੇਨਤੀ ਕੀਤੀ, ਮਹਾਰਾਜ ਇੱਕ ਗੁਰੂ ਦੂਏ ਗੁਰੂ ਦੇ ਲੜ ਲਾ ਜਾਂਦਾ ਸੀ, ਇਹ ਹੁਣ ਆਪ ਕਿਰਪਾ ਕਰੋ, ਸਿੱਖ ਸੰਗਤਾਂ ਕਿਹਦੇ ਲੜ ਲੱਗਣਗੇ। ਮਹਾਰਾਜ ਨੇ 3 ਵਾਰੀ ਕਿਹਾ ਗੁਰੂ ਗ੍ਰੰਥ, ਗੁਰੂ ਗ੍ਰੰਥ, ਗੁਰੂ ਗ੍ਰੰਥ। ਕਹਿੰਦੇ ਮਹਾਰਾਜ ਆਪਦੇ ਬਚਨ ਸਾਤਿਆ, ਪਰ ਇਹ ਨਾ ਹੋਵੇ ਕਿ ਬਾਣੀ ਦਾ ਆਸਰਾ ਲੈ ਕੇ ਮਨ ਮਰਜ਼ੀ ਦੇ ਅਰਥ ਕਰਕੇ ਆਪੇ ਗੁਰੂ ਬਣ ਕੇ ਬਹਿ ਜਾਣ। ਫਿਰ ਮਹਾਰਾਜ ਨੇ ਬਚਨ ਕੀਤਾ, ਬਾਬਾ ਵਸੇ ਬਕਾਲੇ, ਬਾਨੂਗੁਰ ਸੰਗਤ ਸਕਲ ਸੰਭਾਲੇ। ਜਦੋਂ ਇਹ ਬਚਨ ਹੋਇਆ ਅਤੇ ਜਿੰਨੇ ਸੋਢੀ ਸੀ ਜਾਂ ਬੇਦੀ ਸੀਗੇ, ਭੱਲੇ ਸੀਗੇ, ਤ੍ਰੈਣ ਸੀਗੇ, ਇਹ ਉੱਥੇ ਜਾ ਕੇ ਆਪੋ ਆਪਣੀਆਂ ਗੱਦੀਆਂ ਲਾ ਕੇ ਬਹਿ ਗਏ। ਬਸੰਤਾਂ ਦਾ ਜ਼ੋਰ ਸੀ, ਅਤੇ ਉਹ ਪ੍ਰੇਰ ਕੇ ਅਸਲੀ ਗੁਰੂ ਇਹ ਹੈ ਜੀ, ਅਸਲੀ ਗੁਰੂ ਇਹ ਹੈ। ਅਤੇ ਮੱਖਣ ਸ਼ਾਹ ਲਵਾਣੇ ਦਾ ਬੇੜਾ ਡੁੱਬਦਾ ਸੀ। ਗੁਰੂ ਘਰ ਦੀ ਸੁਖਣਾ ਸੁਖੀ 500 ਮੋਹਰ ਬੇੜਾ ਬੰਨੇ ਲੱਗਾ। ਜਦੋਂ ਫਿਰ ਦਸਵੰਧ ਦੀ ਭੇਟਾ ਲੈ ਕੇ ਆਇਆ ਅਤੇ ਇੱਥੇ ਅਤੇ ਬਹੁਤ ਜਿਵੇਂ ਉਹ ਬਰਸਾਤ ਨੂੰ ਡਿੱਡੂ ਛੱਪੜਾਂ ਦੇ ਕਿਨਾਰੇ ਗੜਿਆਂ ਕਰਦੇ ਨੇ, ਆਪੋ ਆਪਣਾ ਢੋਲ ਪਿੱਟ ਰਹੇ ਸੀ। ਹੁਣ ਕਿਹਾ ਵੀ ਇਹ ਤਾਂ ਨਹੀਂ ਹੋ ਸਕਦਾ, ਜਿਹਨ ਬੇੜਾ ਬੰਨੇ ਲਾਇਆ ਉਹ ਤਾਂ ਇੱਕੋ ਹੀ ਹੋਏਗਾ। ਹੁਣ ਫਿਰ ਆਪਣੇ ਤਰੀਕਾ ਸੋਚਿਆ ਵੀ 2-2 ਮੋਹਰਾਂ ਰੱਖ ਕੇ ਮੱਥਾ ਟੇਕਦੇ ਹਾਂ, ਜਿਹੜਾ ਅਸਲੀ ਹੋਊਗਾ ਆਪੇ ਭੇਟਾ ਮੰਗ ਲਊਗਾ। ਜਦੋਂ ਰੱਖਿਆ ਮੰਗਣਾ ਕਿਹਨੂੰ ਸੀ, ਉਹ ਤਾਂ ਇਹੀ ਬੜੇ ਖੁਸ਼ ਸੀ ਵੀ ਵੱਡਾ ਸਰਦਾਰ ਆਇਆ, ਅੱਜ 2-2 ਆ, ਕੱਲ੍ਹ ਨੂੰ ਜ਼ਿਆਦਾ ਵੀ ਦੇ ਦਊਗਾ। ਬਹੁਤ ਲਵਾਏਮਾਨ ਹੋਏ ਫਿਰਦੇ ਸੀ, ਬਹੁਤ ਜਾਲ ਪਾਉਂਦੇ ਰਹੇ।
ਅਖੀਰੀ ਬੜਾ ਉਦਾਸ ਹੋਇਆ ਵੀ ਐਸਾ ਕਿਵੇਂ। ਫਿਰ ਕਹਿੰਦੇ ਅੰਮ੍ਰਿਤ ਵੇਲੇ ਦੇਖਾਂਗੇ, ਜਿਹੜਾ ਮਿਲੇਗਾ ਪੁੱਛਾਂਗੇ। ਉਹ ਮਿਲਿਆ, ਪੁੱਛਿਆ, ਕਹਿਣ ਲੱਗੇ ਇੱਥੇ ਭੋਰੇ 'ਚ ਹੈ। ਫਿਰ ਉਸਨੇ ਤਦਾ ਜੇ ਨਾਂ ਲਿਆ। ਕਹਿੰਦੇ ਚਲੋ। ਜਿਹੜੇ ਮਾਤਾ ਨਾਨਕੀ ਜੀ ਸੇਵਾ 'ਚ ਹੁੰਦੇ ਸੀ, ਬੇਨਤੀ ਕੀਤੀ, ਕਹਿੰਦੇ ਇਜਾਜ਼ਤ ਨਹੀਂ। ਕਹਿੰਦੇ ਮਹਾਰਾਜ ਮੈਂ ਦੂਰੋਂ ਆਇਆ। ਆ ਗਿਆ, ਮਿਲ ਗਈ, 2 ਮੋਹਰਾਂ ਰੱਖ ਕੇ ਮੱਥਾ ਟੇਕਿਆ। ਪਾਤਸ਼ਾਹ ਜਾਣ ਜਾਣ ਚਾਦਰਾ ਮੋਢਾ ਦਿਖਾਇਆ, ਪਰ ਦੁੱਖ ਰਗੜਾਂ ਲੱਗੀਆਂ। ਅਤੇ ਜਦੋਂ ਤਾਂ ਬੇੜਾ ਡੁੱਬਣ 'ਤੇ ਆਇਆ ਸੀ ਉਦੋਂ 500 ਸੁਖੀ, ਅਤੇ ਹੁਣ 2 ਦਿਨਾਂ। ਅਤੇ ਜਾਂ ਮਜ਼ਦੂਰੀ ਕੀਤੀ ਤਾਂ ਦਿਹਾੜੀ ਘੱਟ ਕਿਉਂ ਲਈਏ। ਇਹ ਕਹਿੰਦਾ ਮਹਾਰਾਜ ਇਹ ਹੀ ਆ, ਹੈਂ ਮਹਾਰਾਜ ਜਾਣਿਆ ਮੈਨੂੰ ਪ੍ਰਗਟ ਕਰੇਗਾ। ਕਈ ਕਲੇਸ਼ ਪੈਦਾ ਹੋਣਗੇ, ਨਹੀਂ ਈਰਖਾਲੂਆਂ ਨੇ ਹਟਣਾ ਥੋੜ੍ਹੀ ਹੈ ਵੀ ਤੂੰ ਇਹ ਕੰਮ ਨਾ। ਕਹਿੰਦੇ ਮਹਾਰਾਜ ਹੁਣ ਤਾਂ ਜੋ ਮਰਜ਼ੀ। ਮਹਾਰਾਜ ਕਹਿੰਦੇ ਵੀ ਜੇ ਕਰੇਗਾ ਤੇ ਮੂੰਹ ਕਾਲਾ ਕਰ ਖੋਤੇ ਚੜਾ ਕੇ ਗੇੜੇ ਦੇਵਾਂਗੇ ਸ਼ਹਿਰ ਤੋਂ। ਕਹਿੰਦੇ ਜੀ ਇਹ ਪ੍ਰਵਾਨ ਆ, ਪਰ ਹੁਣ ਮੈਂ ਪਖੰਡੀਆਂ ਦੇ ਜਾਲ 'ਚੋਂ ਕੱਢਣਾ ਸੰਗਤ। ਉਹ ਕੋਠੇ ਚੜ੍ਹ ਕੇ ਪਹਿਲਾਂ ਆਪਣੇ ਇਹ ਸ਼ਰਤ ਪੂਰੀ ਕਰਕੇ ਅਤੇ ਪੱਲਾ ਫੇਰਤਾ, ਪੁਲੀਏ ਸੰਗਤ ਗੁਰੂ ਲਾਧੋ ਰੇ, ਗੁਰੂ ਲਾਧੋ ਰੇ। ਸੰਗਤ ਤਾਂ ਫਿਰ ਭੱਜ ਪਈ। ਅਤੇ ਇੱਧਰ ਇਹਨਾਂ ਤੋਂ ਕਿੱਥੇ ਬਰਦਾਸ਼ਤ ਹੋਵੇ। ਅਤੇ ਛੀਆਂ ਮਸੰਦ ਜਿਹੜਾ ਪਾਪੀ ਸੀ ਕਹਿੰਦਾ ਗੁਰੂ ਜੀ ਸਾਨੂੰ ਹੁਕਮ ਕਰੋ ਕਿ ਮੈਂ ਹੁਣੇ ਸਾਰਾ ਕੰਮੇ ਨਿਬੇੜ ਦਿੰਦਾ। ਮਹਾਰਾਜ ਜਦੋਂ ਘੋੜੇ 'ਤੇ ਬਾਹਰ ਜਾਂਦੇ ਸੀ ਅਤੇ ਉਸਨੇ ਫਿਰ CID ਮਗਰ ਲਾਈ ਹੋਈ ਸੀ। ਮਹਾਰਾਜ 'ਤੇ ਗੋਲੀ ਚਲਾਈ, ਉਹ ਮੱਥੇ ਨੂੰ ਥੋੜ੍ਹਾ ਜਿਹਾ ਘਾਵ ਕਰਕੇ ਨਿਕਲ ਗਈ। ਮਾਤਾ ਜੀ ਕਹਿੰਦੇ ਫਿਰ ਪਤੀ ਦੇਵ ਵੀ ਚਲੇ ਗਏ। ਮੇਰੇ ਇੱਕੋ ਇੱਕ ਸਾਹਿਬਜ਼ਾਦੇ ਸੀ, ਅੱਜ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਬਚਾਇਆ। ਫਿਰ ਜਿੰਨੀ ਦੁਸ਼ਟ ਚੌਂਕੜੀ ਸੀ ਸਾਰਾ ਪੂਜਾ ਜਿੰਨਾ ਘਰ ਦੇ ਭਾਂਡੇ ਤੱਕ ਚੱਕ ਕੇ ਲੈ ਗਏ। ਅਤੇ ਫਿਰ ਮੱਖਣ ਸ਼ਾਹ ਕੋਲ ਸਿੱਖ ਗਏ ਕਿ ਮੱਖਣ ਸ਼ਾਹ ਤੂੰ ਆਹ ਗੱਲ ਕੀਤੀ ਤਾਂ ਉੱਥੇ ਤਾਂ ਆਹ ਬਣ ਗਈ। ਹੁਣ ਫਿਰ ਜਾ ਕੇ ਇਹਨਾਂ ਨੇ ਮੁਸ਼ਕਾਂ ਬਣੀਆਂ, ਸੌਦਾ ਲਾਇਆ ਅਤੇ ਸਾਰਾ ਸਮਾਨ ਚੁੱਕ ਲਿਆ, ਗੁਰੂ ਗ੍ਰੰਥ ਸਾਹਿਬ ਸਰੂਪ ਵੀ ਲਾਇਆ। ਅਤੇ ਫਿਰ ਮਹਾਰਾਜ ਕਹਿਣ ਲੱਗੇ ਕਿ ਤੂੰ ਇਹ ਚੰਗਾ ਨਹੀਂ ਕੀਤਾ, ਮੋੜਿਆ। ਇਹ ਈਰਖਾ ਦੇ ਬਸ ਲੋਭ ਦੇ ਬੰਦਾ ਕਿਹੜੇ ਕਿਹੜੇ ਪਾਪ ਨਹੀਂ ਕਰਦਾ ਹੈ। ਅਤੇ ਗੁਰੂ ਗ੍ਰੰਥ ਸਾਹਿਬ ਰੱਖ ਲਿਆ ਅਤੇ ਇਹਦਾ ਅਧਿਕਾਰ ਹੀ ਨਹੀਂ, ਇਹ ਨਹੀਂ ਆਪਾਂ ਦੇਣਾ ਗੁਪਤ ਰੱਖੀਏ। ਅਤੇ ਉਹ ਸਾਰੀਆਂ ਚੀਜ਼ਾਂ ਮੜਾਤੀਆਂ। ਅਤੇ ਮਹਾਰਾਜ ਫਿਰ ਦਿਆਲੂ ਸੀ, ਬਖਸ਼ਿਸ਼ ਕਰਾਤੀ। ਉੱਥੋਂ ਮਹਾਰਾਜ ਫਿਰ ਦਰਬਾਰ ਸਾਹਿਬ ਗਏ। ਉੱਥੇ ਉਦੋਂ ਇੱਥੇ ਪੁਜਾਰੀਆਂ ਦਾ ਪਹਿਰਾ ਹੁੰਦਾ ਸੀ। ਉਹਨੇ ਵੀ ਇਹ ਕਰਤੂਤ ਕੀਤੀ, ਉਹ ਜੰਦੇ ਲਾ ਕੇ ਨਿਕਲ ਗਿਆ। ਜਿਹੜੇ ਮੱਖਣ ਸ਼ਾਹ ਨੇ ਉਹਨਾਂ ਨੂੰ ਪਕੜਿਆ, ਕਹਿੰਦੇ ਅਸੀਂ ਤਾਂ ਚਲੇ ਗਏ ਸੀ ਕਿ ਗੌਰਮੈਂਟ ਸਾਡੇ 'ਤੇ ਸਖਤੀ ਨਾ ਕਰੇ। ਕਿਉਂ ਇਹੋ ਜਿਹਾ ਲੋਕਾਂ ਨੂੰ ਪੁੱਠੀਆਂ ਸਿੱਧੀਆਂ ਗੱਲਾਂ ਬਹੁਤ ਆਉਂਦੀਆਂ ਹੁੰਦੀਆਂ। ਜਿਹੜੇ ਕਪਟੀ ਲੋਕ ਹੁੰਦੇ ਉਹ ਤਾਂ ਜਾਣਦੇ ਸੀ ਬੱਲੇ ਵੇਰ ਕੇ ਰਹੇ। ਅਤੇ ਇਹਨਾਂ ਪੁਜਾਰੀਆਂ ਨੂੰ ਫਿਰ ਸ਼ਰਾਬ ਦਿੱਤਾ, ਤੁਮ ਮਸੰਦ ਨੇ ਅੰਮ੍ਰਿਤ ਸਰੀਏ, ਤ੍ਰਿਸ਼ਨਾਗਨ ਤੇ ਅੰਤਰ ਸੜੀਏ। ਅਤੇ ਮਾਈਆਂ ਰੱਬ ਰਜਾਈਆਂ ਪ੍ਰਗਟ ਹੋਏ। ਫਿਰ ਮਹਾਰਾਜ ਹਾਂਜੀ ਕੀਰਤਪੁਰ ਆਏ, ਇੱਥੇ ਵੀ ਈਰਖਾ। ਫਿਰ ਮਹਾਰਾਜ ਨੇ ਕਿਹਾ ਵੀ ਤਾਂ ਬੜੀ ਮਾੜੀ ਗੱਲ ਹੈ। ਫਿਰ ਮਹਾਰਾਜ ਨੇ ਆਹ ਜਿਹੜੀ ਧਰਤੀ ਸੀ ਇਹ ਫਿਰ ਮੁੱਲ ਖਰੀਦ ਕੇ ਮਾਤਾ ਨਾਨਕੀ ਦੇ ਨਾਂ 'ਤੇ ਇਹ ਨਗਰ ਵਸਾਇਆ। ਫਿਰ ਮਾਲਵੇ ਦੀ ਯਾਤਰਾ ਗਏ, ਉੱਧਰ ਵੀ ਕਈਆਂ ਨੇ ਸ਼ਰਾਬ ਵੀ ਲੈ, ਕਈਆਂ ਨੇ ਵਰ ਲੈ। ਫਿਰ ਕਸ਼ਮੀਰੀ ਪੰਡਤ ਆ ਗਏ, ਉਹਨਾਂ ਦੇ ਧਰਮ ਦੀ ਰੱਖਿਆ ਵਾਸਤੇ ਗਏ। ਇਸ ਤਰ੍ਹਾਂ ਜਦੋਂ ਰਾਜਾ ਰਾਮ ਸਿੰਘ ਲੈ ਕੇ ਗਿਆ ਸੀ ਅਤੇ ਉਦੋਂ ਅਸਾਮ ਤੱਕ ਉੱਧਰ ਢਾਕੇ ਬਗਾਲੇ ਗਏ ਯਾਤਰਾ ਤੀਰਥਾਂ ਦੀ। ਅਤੇ ਮਹਾਰਾਜ ਦਾ ਪਟਨੇ ਅਵਤਰਨ ਹੋਇਆ ਸੀ ਅਤੇ ਮਹਾਰਾਜ ਦੀ ਆਗਿਆ ਪਾ ਕੇ ਇੱਥੇ ਆਏ। ਉਸ ਵੇਲੇ 10ਵੇਂ ਪਾਤਸ਼ਾਹ ਦੀ ਉਮਰ 9 ਸਾਲ ਸੀ। ਕਸ਼ਮੀਰੀ ਪੰਡਤ ਆ ਗਏ, ਜਿੱਥੇ ਭੋਰਾ ਸਾਹਿਬ ਸਥਾਨ ਆ, ਹੁਣ ਤਾਂ ਅੱਗੇ ਥੜਾ ਹੁੰਦਾ ਸੀ, ਹੁਣ ਸੋਹਣਾ ਬਣਾ ਦਿੱਤਾ। ਕੱਲ੍ਹ ਮਾਈਆਂ ਉੱਥੇ ਸੁਖਮਨੀ ਪੜ੍ਹਦੀਆਂ ਸੀ ਜਦੋਂ ਆਏ। ਸੋ ਇਸ ਵਾਸਤੇ ਫਿਰ ਮਹਾਰਾਜ ਗੰਭੀਰ ਵਿਚਾਰ 'ਚ ਬੈਠੇ ਸੀ। ਸਾਹਿਬਜ਼ਾਦਾ ਜੀ ਆ ਗਏ, ਕਹਿਣ ਲੱਗੇ ਮਹਾਰਾਜ ਬੜੀ ਗੰਭੀਰਤਾ 'ਚ ਸਜੇ ਬੈਠੇ ਆ। ਕਹਿੰਦੇ ਇਹਨਾਂ ਦੇ ਧਰਮ ਨੂੰ ਖਤਰਾ ਆ। ਕਹਿੰਦੇ ਫਿਰ ਕਹਿੰਦੇ ਕਿਸੇ ਮਹਾਂਪੁਰਖ ਦੇ ਬਲੀਦਾਨ ਦੀ ਲੋੜ ਹੈ। ਪਾਤਸ਼ਾਹ ਕਹਿਣ ਲੱਗੇ ਤੁਹਾਡੇ ਨੂੰ ਵੱਡਾ ਮਹਾਂਪੁਰਖ ਕੌਣ ਹੈ? ਕਹਿੰਦੇ ਬਸ ਇਹੀ ਦੇਖਣਾ ਚਾਹੁੰਦੇ ਸੀ, ਤੁਸੀਂ ਸਮਰੱਥ ਆ। ਫਿਰ ਉਹਨਾਂ ਨੂੰ ਕਿਹਾ ਜਾਓ ਵੀ ਔਰੰਗਜ਼ੇਬ ਨੂੰ ਕਹਿ ਦਿਓ ਕਿ ਸਾਡਾ ਗੁਰੂ ਉਹਨੂੰ ਬਣਾ ਲਓ, ਜੇ ਉਹ ਬਣ ਜਾਓ ਅਸੀਂ ਸਾਰੇ ਮੰਨ ਲਾਂਗੇ। ਉਦੋਂ ਤਾਂ ਹੁਣ ਲੋੜ ਸੀ ਨਾ। ਉਹ ਕਹਿੰਦੇ ਨਾ ਕਿ ਜਦੋਂ ਬੇੜਾ ਡੁੱਬਦਾ ਹੁੰਦਾ ਨਾ, ਬੇੜੀ ਡੁੱਬਦੀ ਹੁੰਦੀ ਹੈ, ਉਦੋਂ ਦਾ ਖਵਾਜੇ ਨੂੰ ਦਲੀਆ ਦਿੰਦੇ ਆ। ਅਤੇ ਜਦੋਂ ਫਿਰ
मौका निकल जाए। हाँ जी, तो नौ निकली तो ख्वाजा बिसरिया, फिर मनण नूं तैयार नहीं। ये पर सियाणे तो समझते ऐतकी हुण पहली वारी लाल किले च भी समागम रख रहे हैं। जो भी कल लेख तुसीं पढ़िया हुण, चलो महाराज किरपा करन, सारिਆਂ ਨੂੰ समत बख्शिश करन। सो साध संगत जी, फिर महाराज जी ने दिल्ली चांदनी चौक पहला मती दास सती दास दयाल दास शहीद होए, फिर महाराज ने शहीदी दी है। उत्थे सीसगंज स्थान है जिथे धड़दास कर काबगंज भाई जैता जी सीस लियाए, इत्थे सीसगंज है, इत्थे महाराज ने कीरतपुर तो भगवान च लिया के भगवानगढ़ गुरुद्वारा इत्थे सारी क्रिया की। तो आप महाराज ने फिर अकाल बुंगा जिथे उपदेश दे के शांति दी। अज धन धन साहब श्री गुरु तेग बहादुर साहब जी महाराज जी का अवतार पुरब अमृतसर साहब की पावन धरती, दिल्ली विखे भी सीसगंज साहब लाल किले और इत्थे भी सीसगंज गुरुद्वारे साहब महाराज की याद में समागम रखे गए हैं। क्यों महाराज का अवतार पुरब करके जरूरी सी कि संखेप जिहड़ा इतिहास है वर्णन किया जाए। बाकी धन्ने का ये पहलों तो बड़े भोले सुभाव का सी, वो पंडित नूं कहा मैनू भी ठा कर दो, उन्होंने मोटा सारा एक बट्टा जिहा दे दिता। ये श्रद्धालु सी, क्योंकि पत्थर तो तक ही बाणी कहती भोले पाए मिले रग रहा। सो आप भोला सी, जे पत्थरों जो मिले तो हुण भी मूर्तियां बहुत है, किते गल कोई नज़र आउंदी नहीं, पर उहदी भगती शुद्ध सी। फिर भोग लाउण दियां गल्लां आउंदियां, लस्सी पिलाई, दुध पिलाया, दही खिलाया, मिस्सियां रोटियां वगैरह आउंदे आ। हुणे रागी सिंह शब्द उहदा गा के गए। धन्ने नूं कहा भी बाकियां ने आरतियां तू भी बई आरती कर दे, कहंदा मैं जट बाबा हाँ तो मैं आरता करांगा। हुण फिर उहदे च खुली डुली भाषा भी है, मैनूं गां भी चाहिदी है, इहो जिहा अनाज चाहिदा, इस्तरी भी पतिवर्ता चाहिदी है, इहो जी ना होवे पानी के मंगत पाथर मारत नार नहीं किते नाहरन। वो महाराज दसवें पातशाह लिखते हैं कि पानी मंगदा पत्थर मार दे के इस्तरी कि शेरनी लिया के बन लई। इस तरह कहना भी पतिवर्ता होवे जिहड़ा आए गई संगत की भी सेवा करने वाली होवे, गुरु घर की ऐसा ना होवे मनमुख विरती वाली होवे। इस तरह का उहदे फिर मंत्री भी अर्थ भी संप्रदाय वालियां ने काफ़ी डूंघे कीते हैगे है। सो इस करके धन्ना जी का भी ये दिन जिहड़ा नाल ही नाल मना रही संगतां। आओ हुण प्यार दे नाल लड़ीवार जो कथा चलती है श्रवण करिए। वो महाराज का इतिहास तो हाँ जी समुद्रां दा तान तक किनारे हैगे, इहदा कोई आर पार नहीं ना पाया जाता, इस करके संखेप जरूरी सी। अज उन्हां दा दिन सी। आओ हुण जो इत्थे दा स्थान की मर्यादा है उहदे मुताबक लड़ीवार जो कथा श्रवण करिए। गुरु महाराज किरपा करते हैं। सतनाम श्री वाहिगुरु साहिब जी। श्री राग महला पंजवा। श्री राग है पंजवें महल धन धन साहिब श्री गुरु अर्जन देव जी महाराज जी की पावन रसना तो बख्शिश हो रही है। मिठा करके खाया कौड़ा उपजिया साध। बारह कहते जदों बंदा पदार्थ खांदा ना मिठे स्वाद ना खाई जाता तो वो तो फिर जिहड़ा रस पैदा होंदा वो तो कौड़ा पैदा होंदा। अजकल हुण शूगर बहुत है, कई आउणगे कि बाबा जी शूगर बड़ी है। मैं कहा पहला शूगर ज़्यादा खाएगा हम निकलनी तो हैगी, पहले तो फक्के मारी गए, मोरचा चंगा लाई गए, रसगुल्ले खाई गए, तो हुण ज़्यादा मिठा खादा आ वो निकलना तो है किस पासे। सो इस वास्ते महाराज कहते मिठा करके खाया। जदों कोई भी पदार्थ मिठा करके ज़्यादा खांदा है उस तो फिर जिहड़ा स्वाद रस पैदा हुंदा वो कौड़ा पैदा हुंदा। पेट की दर्द हो गई, खांसी हो गई,
ਦਮਾ ਹੋ ਗਿਆ ਜਾਂ ਕੋਈ ਹੋਰ ਕਈ ਤਰ੍ਹਾਂ ਦੇ ਰੋਗ ਵਗੈਰਾ ਪੈਦਾ ਹੋ ਜਾਂਦੇ ਆ। ਐਸਾ ਹੀ ਸਵਾਦ ਪੈਦਾ ਹੁੰਦਾ ਜਾਂ ਮਨ ਦੇ ਅੰਦਰ ਹਾਂਜੀ ਵਿਸ਼ੇ ਵਿਕਾਰ ਭੈੜੀਆਂ ਬਾਸ਼ਨਾ ਉਹਨਾਂ ਦਾ ਸਵਾਦ ਵੀ ਕੌੜਾ ਹੀ ਹੁੰਦਾ। ਇਹ ਕਹਿੰਦੇ ਫਲਾਣੇ ਦੀ ਭੁਗਤ ਸਵਾਰਤੀ, ਉਹ ਜ਼ਿਆਦਾ ਪਦਾਰਥ ਖਾਈ ਜਾਣੇ, ਸੰਜਮ ਵਿਵੇਕ ਰੱਖਣਾ ਨਾ, ਕਿਉਂਕਿ ਮਹਾਰਾਜ ਦਾ ਹੁਕਮ ਹੈ ਨਾ ਅਲਪਹਾਰ ਸੁਲਭ ਸੀ ਨਿੰਦਰਾ, ਦਇਆ ਸ਼ਮਾ ਤਨ ਪ੍ਰੀਤ, ਜਹਾਂ ਕਹਾਂ ਕਾ ਛਕੇ ਪ੍ਰਸਾਦ, ਸਿੱਖ ਨੇ ਮੇਰਾ ਆਦ ਜਗਾਦ, ਜਾਗੀ ਰਹਿਤ ਨ ਜਾਨੀਐ, ਗੁਰਮੰਤਰ ਨਾਹੀ ਚੀਜ਼, ਤਾਂ ਕਾ ਭੋਜਨ ਖਾ ਕੇ ਬਿਸਰਿਆ ਹਰ ਸੋ ਪ੍ਰੀਤ। ਹੁਣ ਉਹ ਜਿਹੜਾ ਮਲਕ ਭਾਗੋ ਬਹੁਤਾ ਮਿੱਠੀਆਂ ਖਿਲਾਉਂਦਾ ਸੀ, ਉਧਰ ਕੋਧਰੇ ਦਾ ਸੀ ਲਾਲੋ ਦਾ, ਉਹ ਤਾਂ ਪ੍ਰਵਾਨ ਕਰ ਲਿਆ। ਜਿਹੜੇ ਹੁਣ ਜਿੱਦ ਕੀਤੀ ਧੱਕੇ ਨਾ, ਮਹਾਰਾਜ ਕਹਿੰਦੇ ਤੇਰਾ ਪਰਦਾ ਟਕਿਆ ਰਹਿਣ ਦੇ ਨਾ ਫਲਾ, ਜਦੋਂ ਹਟਿਆ ਹੀ ਨਾ ਨਿਚੋੜਿਆ ਤੇ ਇੱਕ ਪਾਸੇ ਖੂਨ ਇੱਕ ਪਾਸੇ ਦੁੱਧ, ਇਹ ਧਰਤੀ ਬੇਲ ਨਾ ਦੇਵੇ ਅਤੇ ਮੇਰੀ ਬੇਇੱਜ਼ਤੀ ਹੋਈ। ਮਹਾਰਾਜ ਕਹਿੰਦੇ ਇਹ ਤਾਂ ਤੈਨੂੰ ਕਹਿੰਦੇ ਤੇਰਾ ਠੱਗ ਠਕਾ ਚੱਲਿਆ, ਚਲਾਈ ਚੱਲ। ਅੱਜ ਜਿੱਥੇ ਅਸੀਂ ਜਾਵਾਂਗੇ ਇੱਥੇ ਦਾ ਜਿਹੜੇ ਧਰਮ ਕੰਡਾ ਫੜ ਲਿਆ ਨਾ, ਇਹ ਤਾਂ ਉੱਥੇ ਸੱਚੋ ਹੀ ਸੱਚ ਨਿਬੜਿਆ, ਹੁਣ ਵਕ ਕੱਢੇ ਜਜਮਾਲੇ ਵਾਲੀ ਗੱਲ ਬਣ ਜਾਣੀ ਹੈ। ਉਹ ਫਿਰ ਹੋ ਗਈ ਇਹ ਕੌੜਾ ਸਾਧ ਜਿਹੜਾ ਉਹ ਪੈਦਾ ਹੁੰਦਾ ਹੈ, ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ। ਭਾਈ ਵੀਰ ਸੋਰਗ ਕੀਏ ਵਿਖਿਆ ਰਚਿਆ ਬਾਦ। ਭਰਾ ਸੀ ਮਿੱਤਰ ਸੁਹਿਰਦ, ਸੰਸਕ੍ਰਿਤ ਦਾ ਅਖਰ ਸੁਹਿਰਦ, ਜਿਹੜੇ ਬਹੁਤੇ ਪਿਆਰੇ ਸੀ ਉਹ ਬਣਾ ਲਏ। ਇਹ ਮੇਰਾ ਭਰਾ ਬਹੁਤ ਪਿਆਰਾ ਹੈ, ਮੇਰਾ ਮਿੱਤਰ ਬਹੁਤ ਪਿਆਰਾ ਹੈ। ਇਹਨਾਂ ਨੇ ਮਿਲ ਕੇ ਨਾਮ ਬਾਣੀ ਦਾ ਅਭਿਆਸ ਤਾਂ ਕੀਤਾ ਨਹੀਂ, ਗੁਰੂ ਦੇ ਇਤਿਹਾਸ ਜਾਂ ਗਿਆਨ ਚਰਚਾ ਨਹੀਂ ਕੀਤੀ, ਬਹਿ ਕੇ ਵੇਖਿਆਂ ਬਕਾਰਾਂ ਦੀ ਗੱਲਾਂ ਕਰਦਾ ਰਿਹਾ, ਆਸ਼ਕੀ ਮਸ਼ੂਕੀ ਦੀਆਂ, ਅਤੇ ਜਾਂ ਬਾਅਦ ਝਗੜਿਆਂ ਵਾਲਾ ਜਿਹੜਾ ਮੰਡਪ ਸੀ ਉਸ ਸੋਸਾਇਟੀ ਨੂੰ ਰਚ ਲੈਣਾ ਕੀਤਾ ਹੈ। ਜਾਂਦੇ ਬਿਲਮ ਨਾ ਹੋ ਗਈ ਬਿਨ ਨਾਵੈ ਬਿਸਮਾਦ। ਇਹ ਜਿਹੜੇ ਠਗੀਆਂ ਠੋਰੀਆਂ ਨਾਲ ਮਾਇਆ ਪਦਾਰਥ ਇਕੱਠੇ ਕਰਦਾ ਨਾ, ਇਹ ਤਾਂ ਦਰੱਖਤ ਦੀ ਛਾਂ ਵਾਂਗੂ ਟਿਕਣ ਵਾਲੀ ਥੋੜ੍ਹੀ ਚੀਜ਼ ਹੈ। ਇਹਨਾਂ ਦੇ ਜਾਂਦਿਆਂ ਬਿਲਮ ਮੈਨੇ ਦੇਰੀ ਨਹੀਂ ਹੁੰਦੀ। ਬਿਨਾਂ ਨਾਮ ਤੋਂ ਇਹ ਸਾਰੀਆਂ ਚੀਜ਼ਾਂ ਬਿਸਮਾਦ, ਇੱਕ ਵਾਰੀ ਹੈਰਾਨ ਤਾਂ ਕਰਦੀਆਂ ਪਰ ਹੈਗੀਆਂ ਸਾਰੀਆਂ ਝੂਠੀਆਂ ਹੀ। ਜਿਵੇਂ ਆਕਾਸ਼ ਦੇ ਵਿੱਚ ਉਹ ਕਹਿੰਦੇ ਹਰ ਚੰਦੌਰੀ ਹੈ, ਹੈਗੀ ਤਾਂ ਝੂਠੀ ਹੈ ਨਾ। ਮਿਰਗ ਤ੍ਰਿਸ਼ਨਾ ਦਾ ਜਾਲ ਹੈ, ਅਤੇ ਉਹ ਜਿਵੇਂ ਇੱਕ ਤਾਂ ਵਿਵਹਾਰਕ ਸੱਤਾ ਜਿਹੜੀ ਵਿਹਾਰ ਨੂੰ ਸਿੱਧ ਕਰਦੀ, ਇੱਕ ਪ੍ਰਤੀ ਭਾਵ ਸਕਿਆ। ਕੋਈ ਸ਼ਹਿਦ ਦੇ ਸਿੰਘ ਤਾਂ ਹੁੰਦੇ ਨਹੀਂ, ਭਾਵਸਦੇ ਆ। ਸਿੱਪੀ ਵਿੱਚ ਚਾਂਦੀ ਨਹੀਂ ਹੁੰਦੀ, ਭਾਵਸਦੀ ਹੈ। ਇਸ ਤਰ੍ਹਾਂ ਰਾਜਸਥਾਨ ਟਿੱਬੇ ਜਾ ਰੇਤ ਦੇ ਲਿਸ਼ਕਦੇ ਆ, ਹਰਨ ਸਮਝਦਾ ਪਾਣੀ ਆ, ਉਹ ਦੌੜ ਪ੍ਰਾਣ ਦੇ ਦਿੰਦਾ ਪਰ ਪਾਣੀ ਦਾ ਹੁੰਦਾ ਨਹੀਂ। ਉਹ ਜਿਹੜੀ ਹੈ ਪ੍ਰਤਿਭਾਸਕ ਸੱਤਾ ਉਹਨੂੰ ਕਹਿੰਦੇ, ਭਾਵਸਦੀ ਹੈ, ਹੁੰਦੀ ਕੁਝ ਨਹੀਂ। ਅਤੇ ਜਿਹੜੀ ਪਰਮਾਰਥਕ ਸੱਤਾ ਆ ਉਹ ਸਦਾ ਰਹਿੰਦੀ ਆ। ਹੁਣ ਸਰੀਰ ਜਿਹੜਾ ਹੈ ਅੱਜ ਹੈ ਕੱਲ੍ਹ ਨਹੀਂ, ਅਤੇ ਮਾਇਆ ਪਦਾਰਥ ਹਾਂਜੀ ਆਉਂਦੇ ਜਾਂਦੇ ਰਹਿੰਦੇ ਆ। ਅੱਜ ਬਾਲਕਪਨ ਸੀ ਅਤੇ ਉਹਨੂੰ ਜਵਾਨੀ ਖਾ ਕੇ ਜਵਾਨੀ ਨੂੰ ਬੁਢਾਪਾ, ਬੁਢਾਪੇ ਨੂੰ ਮੌਤ ਕਿੱਥੇ ਹੈ। ਇਹ ਸਾਰੀਆਂ ਚੀਜ਼ਾਂ ਛਿੰਨ ਭਿੰਨ ਹੋ ਜਾਂਦੀਆਂ, ਪਰ ਜਿਹੜੀ ਆਤਮਾ ਦੀ ਪਰਮਾਰਥਕ ਸੱਤਾ ਆ ਉਹ ਸਦਾ ਰਹਿਣ ਵਾਲੀ। ਪਰ ਜਿੰਨਾ ਸੰਸਾਰ ਆ ਜਾਂ ਵਿਵਹਾਰਕ ਵਿੱਚ ਆ ਜਾਂ ਪ੍ਰਤਿਭਾਸਕ 'ਚ ਆ, ਜਿਹੜੇ ਗਿਆਨਵਾਨ ਆ ਉਹ ਪਰਮਾਰਥੀ ਸੱਤਾ ਨੂੰ ਮੰਨਦੇ ਆ, ਉਹਦੇ 'ਚ ਆਤਮਾ ਗਿਆਨ ਲੈ ਕੇ ਉਹ ਪਰਪੱਕ ਔਰ ਦ੍ਰਿੜ ਹੁੰਦੇ। ਅਤੇ ਬਾਕੀ ਤਾਂ ਇਸ ਤਰ੍ਹਾਂ ਹੀ ਆ, ਕੱਚ ਪਿੱਚ ਵਾਲੀ ਗੱਲ ਹੀ ਹੈ। ਇਸ ਕਰਕੇ ਬਿਨਾਂ ਨਾਮ ਤੋਂ ਇਹ ਸਾਰਾ ਇੱਕ ਵਾਰੀ ਤਾਂ ਮਾਇਆ ਜਿਹੜੀ ਇਹਨੂੰ ਹੁਣ ਅਸਚਰਜ ਕਰਦੀ ਹੈ, ਪਰ ਹੈ ਉਹ ਝੂਠੀ ਹੈ। ਜਿਵੇਂ ਉਹ ਰਾਜੇ ਨੂੰ ਕਿਹਾ ਬਾਜੀਗਰ ਨੂੰ ਮਾਇਆ ਦਿਖਾ, ਕਹਿੰਦਾ ਠੀਕ ਹੈ ਜੀ ਦਿਖਾ ਦਿੰਦੇ ਹਾਂ। ਅਤੇ ਨਾਲ ਉਹਦੀ ਇਸਤਰੀ ਸੀ, ਕਹਿੰਦੇ ਜੀ ਹੁਣ ਮੈਂ ਨਾ ਆਕਾਸ਼ ਜਾ ਰਿਹਾ, ਉੱਥੇ ਯੁੱਧ ਹੋ ਰਿਹਾ, ਦੇਵਤਿਆਂ ਨੇ ਮੈਨੂੰ ਬੁਲਾਇਆ। ਬਸ ਜੀ ਉਹ ਜਾਦੂਗਰ ਸੀ, ਕਿਆ ਕਹਿੰਦਾ ਮੇਰੀ ਘਰ ਵਾਲੀ ਦੀ ਤੁਸੀਂ ਸੁਰੱਖਿਆ ਕਰਨੀ ਅਤੇ ਸਾਰਾ ਪ੍ਰਬੰਧ ਤੁਸੀਂ ਕਰਨਾ ਜੇ ਮੈਂ ਸ਼ਹੀਦ ਹੋ ਜਾਂ। ਉਹ ਚਲਾ ਗਿਆ ਉੱਥੇ ਜੀ, ਆਕਾਸ਼ ਦੜ ਦੜ ਹੋਣ ਲੱਗ ਪਈ, ਇਤਸ਼ਾਰ ਚੱਲਦੇ, ਉਹ ਤਾਂ ਹੈ ਤਾਂ ਜਾਦੂ ਹੀ ਸੀਗਾ। ਹਾਂਜੀ ਫਿਰ ਜੀ ਇੱਕ ਲੱਤ ਕੱਟੀ ਗਈ, ਬਾਂਹ ਸਿਰ ਸੁਰ ਕੱਟਿਆ ਗਿਆ, ਫਿਰ ਬਾਜੀਗਰ ਤਾਂ ਮਰ ਗਿਆ ਜਾਦੂਗਰ। ਹਾਂਜੀ ਜਦ ਇਹਨੂੰ ਉਹਦੀ ਇਸਤਰੀ ਕਹਿੰਦੀ ਪਈ ਇਹਦੇ ਅੰਗ ਇਕੱਠੇ ਕਰੋ, ਮੈਂ ਤਾਂ ਨਾਲ ਸਤੀ ਹੋਣਾ। ਉਹ ਕਹਿੰਦੇ ਵੀ ਨਹੀਂ, ਉਹ ਮੈਨੂੰ ਕਹਿ ਗਿਆ ਸੀ, ਕਹਿੰਦੇ ਨਹੀਂ ਜੀ ਮੈਂ ਪਤੀ ਵਰਤਾਂ। ਚੇਖਾ ਚੀਣੀ ਅੰਗ ਇਕੱਠੇ ਕੀਤੇ, ਲਾਂਬੂ ਲਾਇਆ, ਉਹ ਵੀ ਵਿੱਚ ਬਹਿ ਕੇ ਸੜ ਮਚ ਗਈ। ਅਤੇ ਜਦ ਨੂੰ ਆ ਗਿਆ ਹਾਂਜੀ ਰਾਜਨ ਮਹਾਰਾਜ ਜੈ ਹੋਵੇ,
हाँ जी। कहते मेरी स्त्री कहाँ है, बीवी कहाँ है? कहते तू तो शहीद हो गया सी, संस्कार करता। कहते जी मैं तो हाजिर हाँ, वो कितने है? कहते जी वो तो संस्कार तो हुण धोंदे जे। कहते तुसीं राजे लोग ਜਿਹੜੇ बचन ते ਰਹਿੰਦੇ नहीं, झूठा बचन ਕੀਤਾ तैं, हुण दस हैं? वो हुण जी पैरीं ਡਿੱਪਿਆ भाई करदे कि महाराज हुण मैं कित्थों दियां? कहते साड़ी कित्थे चिखा? उत्थे आ कहते अरे बीबी मैं जींदा हां, तूं कहाँ है? कि मैं हाजिर हाँ। राजा ये की? कहते ये हैगी जादूगरी माया। ਕਹਿੰਦੇ ਇਹ ਜਿਹੜੀ ਜਾਦੂਗਰ ਦੀ ਮਾਇਆ ਉਹ ਬੰਦੇ ਨੂੰ ਅਸਚਰਜ ਕਰਦੀ ਹੈ। ਇਹ ਜਿਹੜੀ ਪਰਮੇਸ਼ਰ ਦੀ ਮਾਇਆ ਉਹ ਤਾਂ ਨਾ ਸਾਤਿਆ ਨਾ ਸਾਤਿਆ ਨਾ ਸਾਤਾ ਸਤ ਹੋਵੇ ਹੈ, ਨਾ ਸਵੈਵ ਹੈ ਨਾ ਨਿਰਵੈਵ ਹੈ, ਨਾ ਸਵੈਵ ਨਿਰਵੈਵ ਹੋਵੇ ਹੈ, ਨਾ ਭਿੰਨਿਆ ਨਾ ਭਿੰਨਿਆ ਨਾ ਭਿੰਨਾ ਭਿੰਨ ਹੋਵੇ ਹੈ। ਜਿਹੜੀਆਂ 9 ਚੋਟਾਂ ਸਹਾਰਦੀ ਨੇ, ਅਨਰਵਚਨੀ ਹੈ, ਜਿਹੜੀ ਕਹਿ ਕੇ ਦੱਸੀ ਨਾ ਜਾਏ, ਐਸੀ ਮਾਇਆ ਹੈ। ਨਕਟੀ ਕੋ ਠਨਗਨ ਬਾਂਡਾੜੂ ਕਿਨੈ ਬਵੇਕੀ ਕਾਟੀ ਕੋ ਸਗਲਿਆਂ ਕੀ ਹੋ ਬਹਿਨ ਭਾਣਜੀ ਜਿਹਨੇ ਬਰੀ ਤਿਸ ਚੇਰੀ ਐਸੀ ਹੈ। ਇਹ ਬਿਸਮਾਤਾ ਕਰਦੀ ਹੈ ਪਰ ਹੈ ਝੂਠੀ ਠੱਗਣੀ ਹੈ। ਮੇਰੇ ਮਨ ਸਤਿਗੁਰ ਕੀ ਸੇਵਾ ਲਾਗ। ਇਹ ਮੇਰੇ ਮਨਾ ਇਹ ਝੂਠੇ ਪ੍ਰਪੰਚ 'ਚ ਨਾ ਫਸ। ਜੇ ਤੂੰ ਆਪਣੀ ਕਲਿਆਣ ਚਾਹੁੰਦਾ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਲੱਗ ਜਾ। ਔਰੰਗਜ਼ੇਬ ਨੂੰ ਇਹ ਕਿਹਾ ਸੀ ਨਾ, ਆ 4 ਦਿਨ ਦੇ ਠਾਠੇ ਵਾਂਗ ਫਸਿਆ, ਨਾ ਪੇ ਦਾ ਪੁੱਤ ਬਣਿਆ, ਨਾ ਇਸਤਰੀਆਂ ਦਾ ਪਤੀ ਤੂੰ ਸਹੀ ਸਾਬਤ ਹੋਇਆ, ਨਾ ਪਰਜਾ ਪਾਲਕ ਸਹੀ ਹੋਇਆ, ਨਾ ਭਰਾਵਾਂ ਦਾ ਭਰਾ, ਭੈਣਾਂ ਦਾ ਵੀਰ ਸਿੱਧ ਨਹੀਂ ਹੋਇਆ, ਧਰਮ ਦਾ ਠੇਕੇਦਾਰ ਬਣਿਆ ਫਿਰਦਾ। ਹਰ ਫਰੰਟ 'ਤੇ ਤੂੰ ਫੇਲ ਹੋ ਕੇ ਜਾ ਰਿਹਾ। ਬੀਤ ਜੈ ਹੈ ਜਨਮ ਆਕਾਜ ਰੇ, ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ। ਹਾਂਜੀ ਸ਼ਰਨ ਲਾਗ ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜਰੇ। ਤਾਂ ਰੇਤ ਦੀਆਂ ਕੰਧਾਂ ਵਾਲੀ ਗੱਲ ਹੈ, ਉੱਥੇ ਜਾ ਕੇ ਉਪਦੇਸ਼ ਦਿੱਤਾ, ਪਰ ਜਦੋਂ ਕਰਮ ਮਾੜੇ ਹੋਣ ਇਹ ਕਿੱਥੇ ਮੰਨਿਆ ਜਾਂਦਾ। ਕਹਿੰਦੇ ਕੋਈ ਨਹੀਂ, ਆ ਰਹੇ ਹੈ ਤੈਨੂੰ ਸੋਧਾ ਲਾਉਣ। ਇਸ ਕਰਕੇ ਇਹ ਮੇਰੇ ਮਨਾ, ਜੇ ਤੂੰ ਕਲਿਆਣ ਚਾਹੁੰਦਾ ਹੈ ਤੇ ਆਪਣਾ ਹੰਕਾਰ ਹੋਮੇ ਛੱਡ ਕੇ ਸਤਿਗੁਰੂ ਦੀ ਸੇਵਾ 'ਚ ਲੱਗ ਜਾਣਾ ਕਰ। ਜੋ ਦੀਸੈ ਸੋ ਬਿਨਸਣਾ ਮਨ ਕੀ ਮਤ ਤਿਆਗ। ਇਹ ਜੋ ਨਜ਼ਰ ਆ ਰਿਹਾ ਨਾ, ਇੱਕ ਦਿਨ ਨਾਸ ਹੋ ਜਾਣ ਵਾਲਾ। ਮਨ ਦੀ ਮਤ ਤਿਆਗ ਦੇ। ਧੰਨ ਗੁਰੂ ਰਾਜ ਸਾਹਿਬ ਨੂੰ ਕਹਿੰਦਾ ਕਿ ਤੁਸੀਂ ਤਾਂ ਕਿਹਾ ਸੀ ਤੈਨੂੰ ਦਰਗਾਹੀ ਤਾਕਤ ਦੇ ਦਿੱਤਾ, ਬਾਦਸ਼ਾਹ ਤਾਂ ਮੈਂ ਹਾਂ, ਤਾਂ ਦਾਰਾ ਤਾਂ ਮੈਂ ਮਰਾ ਦਿੱਤਾ, ਕਿੱਥੇ ਆ ਹੁਣ ਤੁਹਾਡਾ ਭਜਨ? ਝੂਠਾ ਗੁਰੂ ਨਾਨਕ ਦੀ ਗੱਦੀ ਹੈ ਇਹ, ਸਾਡੇ ਬਜ਼ੁਰਗ ਮੰਨਦੇ ਆਏ। ਮਹਾਰਾਜ ਕਹਿੰਦੇ ਦਾਰੇ ਨੂੰ ਚੇਤੇ ਕਰਕੇ ਨਾ ਸੌ ਜਾਈ, ਤੈਨੂੰ ਉੱਤਰ ਮਿਲ ਜੂਗਾ। ਉਹ ਸਾਹ ਜਲੇ ਸੁੱਤਾ ਤਾਂ ਈਰਖਾ ਨਾਲ ਚੇਤੇ ਕਰਦਾ, ਅਤੇ ਰਾਤ ਨੂੰ ਇਹ ਭੰਗੀ ਬਣ ਗਿਆ ਅਤੇ ਸਿਰ ਦੇ ਉੱਤੇ ਗੰਦ ਦਾ ਟੋਕਰਾ ਚੱਕਿਆ। ਇਹ ਆ ਰਿਹਾ ਅਤੇ ਮੂਹਰੇ ਇੱਕ ਬਹੁਤ ਵੱਡਾ ਤਖ਼ਤ, ਦਾਰਾ ਬੈਠਾ ਆ, ਉਹਦੇ ਦਰਬਾਨ 'ਚ ਹੀ ਸੋਨੇ ਚਾਂਦੇ ਚੋਬਾਂ ਲੈ ਕੇ ਖੜੇ ਆ। ਇਹ ਗੰਦ ਲੈ ਕੇ ਆ ਰਿਹਾ, ਉਹ ਡੰਡੇ ਮਾਰ ਮਾਰ ਭਜਾਉਂਦੇ। ਉਹ ਕੁੱਤਿਆ ਇੱਧਰ ਉਹਨਾਂ, ਤੈਨੂੰ ਪਤਾ ਨਹੀਂ ਮਹਾਰਾਜ ਦਾ ਦਰਬਾਰ ਲੱਗਾ ਹੋਇਆ। ਉੱਧਰ ਮੀਂਹ ਪੈਣ ਲੱਗ ਪਿਆ, ਉਹ ਸਾਰਾ ਗੰਦ ਚੋ ਚੋ ਕੇ ਉੱਤੇ ਪੈ ਰਿਹਾ। ਅਤੇ ਫਿਰ ਤਾਂ ਦਿਖਾਲਤਾ ਕਿ ਦਾਰੇ ਨੂੰ ਤਾਂ ਬਾਦਸ਼ਾਹੀ ਦੇਤੀ, ਤੂੰ ਦੇਖ ਲਾ ਹਾ ਕਰਤੂਤ ਤੇਰੀ। ਹੁਣ ਸ਼ਰਮ ਦਾ ਮਾਰਾ ਦੱਸਦਾ ਨਹੀਂ ਕਿ ਇਹਨੂੰ ਬਸ਼ਰਮ ਬਹੁਤ ਹੋਇਆ। ਉਵੇਂ ਕਹਿੰਦਾ ਹੈ ਪੀਰ ਜੀ ਨੇ ਜਾਦੂ ਨਾ ਕਰ ਦਿੱਤਾ ਇਹ। ਹਾਂਜੀ ਸ਼ੈਤਾਨ ਬਹੁਤ ਸੀ, ਸ਼ੈਤਾਨ ਦੀ ਪੂਰੀ ਟੂਟੀ ਸਿਖਾਏ। ਇਹੋ ਜਿਹਾ ਬੰਦਾ ਸੀ। ਮਹਾਰਾਜ ਕਹਿੰਦੇ ਜਿਹੜੇ ਇਹੋ ਜਿਹਾ ਲੋਕ ਆ ਉਹ ਸਮਝਦੇ ਨਹੀਂ। ਪਾਤਸ਼ਾਹ ਕਹਿੰਦੇ ਜੋ ਕੁਝ ਦਿਸ ਰਿਹਾ ਇਹ ਨਾਸ ਹੋ ਜਾਣ ਵਾਲਾ, ਮਨ ਦੀ ਮੱਤ ਨੂੰ ਤਿਆਗ ਦੇਣਾ ਕਰ। ਵਿਸਰਾਮ ਦੇ ਕੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਜਿਉ ਕੁਕਰ ਹਰ ਧਾਰਿਆ ਧਾਵੈ ਦਹਿ ਦਿਸ ਜਾਏ। ਜਿਵੇਂ ਕੁੱਤਾ ਹਲਕ ਜਾਂਦਾ ਨਾ, ਉਹ ਦਸਾਂ ਦੇ ਧਾਵੇ ਦੌੜ ਦੌੜ ਜਾਂਦਾ। ਇੱਕ ਤਾਂ ਉਹਦੀ ਪੂਛ ਸਿੱਧੀ ਹੋ ਜਾਂਦੀ ਹੈ, ਵੈਦ ਕਾਲੇ ਦੱਸਦੇ ਆ। ਇੱਕ ਮੂੰਹ 'ਚੋਂ ਝੱਗ ਜਾਈ ਜਾਂਦੀ, ਰੋਮ ਖੜੇ ਹੋ ਜਾਂਦੇ। ਇੱਕ ਪਾਣੀ ਤੋਂ ਡਰਦਾ, ਆਪਣਾ ਬਗਾਨਾ ਦੇਖਦਾ ਨਹੀਂ, ਹਰੇਕ ਨੂੰ ਝੱਕ ਮਾਰਦਾ। ਜਿਹੜਾ ਲੋਭੀ ਇਵੇਂ ਹੀ ਹੈ, ਪੂਛ ਸਿੱਧੀ ਕਿਉਂ ਨਹੀਂ, ਹਰੇਕ ਦੇ ਹੱਥ ਅੱਡਦਾ ਲਾਲਚ ਵਿੱਚ। ਔਰ ਇਸ ਤਰ੍ਹਾਂ ਮੂੰਹ ਤੋਂ ਨਿੰਦਿਆ ਰੂਪੀ ਝੱਗ ਜਾਂਦੀ ਹੈ। ਮਾਇਆ ਪਦਾਰਥ ਦੇ ਕੇ ਖੁਸ਼ ਹੁੰਦਾ, ਰੋਮ ਖੜੇ ਹੋ ਜਾਂਦੇ। ਆਪਣਾ ਬਗਾਨਾ ਦੇਖਦਾ ਨਹੀਂ, ਹਰੇਕ ਨੂੰ ਝੱਕ ਮਾਰਦਾ, ਕਿਸੇ ਦਾ ਵੀ ਇਹ ਬਣਦਾ ਨਹੀਂ। ਇਹਦੀ ਵੀ ਲੋਭੀ ਬੰਦੇ ਦੀ ਹਲਕੇ ਕੁੱਤੇ ਵਾਲੀ ਹਾਲਤ ਹੈ। ਉਹ ਵੀ ਦਸਾਂ ਦੇਸਾਂ 'ਚ ਮਾਇਆ ਪਦਾਰਥਾਂ ਵਾਸਤੇ ਦੌੜਾ ਫਿਰਦਾ। ਅਤੇ ਇਸ ਤਰ੍ਹਾਂ ਜਿਵੇਂ ਕੁੱਤਾ ਵੱਢਦਾ ਹਲਕਦਾ, ਜਿਹੜਾ ਇਹਨਾਂ ਦੀ ਕੁਸੰਗਤ ਕਰਦਾ ਮਨਮੁਖਾਂ ਦੀ,
ਉਹ ਵੀ ਵਿਗੜ ਜਾਂਦੇ ਆ, ਗੁਰੂ ਘਰ ਦੇ ਦੋਖੀ ਬਣ ਜਾਂਦੇ ਆ। ਜਿਉਂ ਕੂਕਰ ਹਰਕਾਇਆ ਧਾਵੈ ਦਿਸ ਦਿਸ ਜਾਏ, ਉਹ ਦਸਾਂ ਦਿਸਾਂ 'ਚ ਹਲਕਿਆ ਕੁੱਤਾ ਦੌੜਿਆ ਜਾਂਦਾ ਆ ਪਾਣੀ ਤੋਂ ਡਰਦਾ। ਇਹ ਮਨਮੁਖ ਵੀ ਗੁਰੂ ਦੇ ਉਪਦੇਸ਼ ਰੂਪੀ ਜਲ ਨੂੰ ਗ੍ਰਹਿਣ ਨਹੀਂ ਕਰਦਾ। ਜਿੱਥੇ ਬਾਣੀ ਹੋਵੇ ਨਾ ਡਰਦਾ, ਉੱਧਰ ਨਹੀਂ ਜਾਣਗੇ। ਅਤੇ ਜਿੱਥੇ ਆ ਗੰਦੇ ਗੀਤ ਆ ਉੱਥੇ ਆ ਬਿਆਨ ਉਹ ਚਾਹੁੰਦਾ ਸੁਣਾਓ ਜੀ। ਨਾਇਤ ਜਿਹੜੀਆਂ ਕੰਜਰੀਆਂ ਗਾਉਂਦੀਆਂ ਉਹਨਾਂ ਨੂੰ ਪਹਿਲਾਂ 5-5 ਲੱਖ ਰੁਪਇਆ ਦੇ ਕੇ ਸਾਦੇ ਆ। ਇਹ ਸ਼ਰਾਬਾਂ ਪੀ ਪੀ ਬੇਲਾਂ ਬਹੁਤ ਕਰਾਉਂਦੇ ਆ। ਇਹ ਹਾਲਤ ਆ ਮਨਮੁਖ ਲੋਕਾਂ ਦੀ। ਉੱਧਰ ਤਾਂ ਦੌੜੇ ਜਾਣਗੇ ਕੁਸੰਗ ਵੱਲ, ਅਤੇ ਜਿਹੜੇ ਧਰਮ ਵਾਲਾ ਪਾਸਾ ਉੱਧਰ ਜਾਂਦੇ ਨਹੀਂ ਹਨ। ਜਿਉਂ ਕੂਕਰ ਹਰਕਾਇਆ ਹਲਕਿਆ ਹੋ ਕੁੱਤਾ ਧਾਵੇ ਦਿਸ ਦਿਸ ਜਾਏ, ਦਸਾਂ ਦਿਸਾਂ 'ਚ ਦੌੜਾ ਜਾਂਦਾ ਹੈ। ਲੋਭੀ ਜੰਤ ਨ ਜਾਣਈ, ਭਖ ਅਭਖ ਸਭ ਖਾਏ। ਜਿਹੜਾ ਲੋਭੀ ਜੰਤ ਜੀਵਿਆ ਨਾ ਉਹ ਅਸਲੀਅਤ ਨੂੰ ਨਹੀਂ ਜਾਣਦਾ। ਭਖ ਖਾਣ ਵਾਲੀ ਚੀਜ਼ ਕਿਹੜੀ ਹੈ ਅਤੇ ਨਾ ਖਾਣ ਵਾਲੀ। ਇੱਥੇ 10 ਕੌਤਕ ਕੀਤਾ ਸੀ ਨਾ। ਬ੍ਰਾਹਮਣ ਕਹਿਣ ਲੱਗੇ ਮਹਾਰਾਜ ਤਿੰਨਾਂ ਯੁਗਾਂ ਦੇ ਅਵਤਾਰ ਸਾਡੀ ਪੂਜਾ ਕਰਦੇ ਰਹੇ ਅਤੇ ਤੁਸੀਂ ਸਾਨੂੰ ਪਾਸੇ ਹੀ ਕੱਢ ਦਿੱਤਾ। ਮਹਾਰਾਜ ਕਹਿੰਦੇ ਨਹੀਂ ਬਈ, ਅਸੀਂ ਤਾਂ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਵੋ 84 ਲੱਖ ਜੁਨ, ਸਾਰਿਆਂ ਦਾ ਸਤਿਕਾਰ ਕਰਦੇ ਹਾਂ ਅਤੇ ਤੁਹਾਡਾ ਵੀ ਜ਼ਿਆਦਾ ਕਰਾਂਗੇ। ਅਤੇ ਤੁਸੀਂ ਐਂ ਕਰੋ, ਤੁਹਾਨੂੰ ਇੱਕ ਦਿਸ਼ਾਲਾ ਇੱਕ ਮੋਹਰ ਮਿਲਿਆ ਕਰੇਗੀ ਅਤੇ 8 ਘੰਟੇ ਸਤਿਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਹੀ ਕਰਨਾ, ਹੋਰ ਕੰਮ ਕੋਈ ਨਹੀਂ। ਤੁਹਾਨੂੰ ਬ੍ਰਾਹਮਣ ਵਾਲਾ ਹੀ ਕੰਮ ਦੇਵਾਂਗੇ, ਕੋਈ ਖੇਤੀ ਪੱਤੀ ਕੋਈ ਮਜ਼ਦੂਰੀ ਵਾਲਾ ਨਹੀਂ ਦੇਵਾਂਗੇ। ਆ ਗਏ ਬਦਾਮਾਂ ਦੀ ਸਰਦਾਈ, ਘਿਓ ਦਾ ਤੁੜਕਾ ਲਾ ਕੇ ਖਲਾਈ ਅਤੇ ਝੌਂਪੜੀਆਂ ਬਣਾਈਆਂ, ਮੂਹਰੇ ਡਾਏ ਹੋਏ ਸੀ ਜੋਤਾਂ ਧੂਪ ਧੂਣ। ਬਹਿ ਜਾਓ ਬਾਹਰ, ਇੱਕ ਸਿੰਘ ਨੰਗੀ ਤਲਵਾਰ ਵਾਲਾ। ਇਹ ਟਾਈਮ ਨਾਲ ਸਭ ਕੁਝ ਮਿਲੇਗਾ, ਖਾਣਾ ਪੀਣਾ ਸਾਰਾ। ਅਤੇ ਹੁਣ 8 ਘੰਟੇ ਕਿੱਥੇ ਪੂਰੇ ਹੋਣ। ਜਿਹਨੇ ਕਈ ਘਰਾਂ ਜਾ ਕੇ ਫੇਰੀ ਲਾਉਣ ਕੇ ਮੰਗਣਾ ਚੁੰਗਣਾ ਹੋਵੇ, ਟਿਕਦੇ ਹੋ। ਅਤੇ ਮਹਾਰਾਜ ਕਹਿੰਦੇ ਵੀ ਕੱਲ੍ਹ ਆ ਜਾਇਓ। ਕਹਿੰਦੇ ਮਹਾਰਾਜ ਸਾਨੂੰ ਇਹ ਤਾਂ ਔਖਾ ਆਖਣ ਔਖਾ ਸਾਚਾ ਨਾ, ਤੁਹਾਡੇ ਵੀ ਗੁਰੂ ਸਾਹਿਬ ਕਹਿ ਗਏ ਸਾਨੂੰ ਤਾਂ ਇਹ ਠੀਕ ਆ ਕਿ ਰਾਹੂ ਕੇਤੂ ਬੈਲ ਹਮਾਰੇ 60 ਸਤੀ ਹੈ ਖੇਤੀ, ਪੱਤਰੀ ਹਮਾਰੀ ਵੱਡੀ ਸ਼ਿਕਾਰਨ ਮਾਰ ਲਿਆਵੇ ਛੇਤੀ। ਸਾਡੇ ਲਈ ਤਾਂ ਇਹ ਠੀਕ ਹੈ, ਦੂਏ ਦਿਨ ਨਹੀਂ ਬੜੇ। ਫੇਰ ਲੱਗੇ ਮਹਾਰਾਜ ਕਹਿੰਦੇ ਚੰਗਾ ਵੀ ਇਹ ਪਰਖ ਕੀਤੀ ਕਿ ਜਿਹੜੇ ਤਾਂ ਵੈਸ਼ਨੂੰ ਭੋਜਨ ਖਾਣਗੇ ਨਾ ਉਹਨਾਂ ਨੂੰ ਤਾਂ 1-1 ਰੁਪਇਆ, ਅਤੇ ਜਿਹੜੇ ਮੀਟ ਖਾਣਗੇ ਉਹਨਾਂ ਨੂੰ 5-5 ਬੋਹਰਾਂ। ਜਿੰਨੇ ਬਾਹਮਣ ਜੇ ਸਾਰਿਆਂ ਤੋਂ ਪਹਿਲਾਂ ਬਹਿ ਗਏ। ਹੁਣ ਕਈ ਮਿਲਦੇ ਆ ਕਹਿੰਦੇ ਲੈ ਇਹਦਾ ਜੱਟੇ ਹੀ ਖਾਏਗਾ, ਅਸਲੀ ਚੀਜ਼ਾਂ ਤੋਂ ਭੁੱਲ ਹੀ ਰਹੇ ਹੈ। ਹੁਣ ਤਾਂ ਮੋਰਚਾ ਪੂਰਾ ਲਾਉਂਦੇ ਆ। ਵਿਰਲੇ ਹੈਗੇ ਆ ਜਿਹੜੇ ਕੋਈ ਧਰਮ ਸ਼ਾਸਤਰਾਂ ਦੇ, ਬਾਕੀ ਤਾਂ ਇਸ ਤਰ੍ਹਾਂ ਹੀ ਆ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਲੋਭੀ ਜੰਤ ਨਾ ਜਾਣੇ। ਜਿਹੜਾ ਲੋਭੀ ਜੰਤ ਉਹ ਨਹੀਂ ਜਾਣਦਾ, ਭਖ ਸਭ ਖਾ ਜਾਂਦਾ ਹੈ। ਕਾਮ ਕ੍ਰੋਧ ਮਦ ਵਿਆਪਿਆ, ਫਿਰ ਜੋਨੀ ਪਾਏ। ਇਹ ਜਿਹੜੇ ਪੰਜੇ ਵਿਕਾਰ ਆ, ਹਾਂਜੀ, ਕਾਮਨਾ ਜੇਤੀ ਮਨ ਕੀ ਕਾਮਨਾ, ਕਾਮ ਕਹਾਵੈ ਸੋਏ। ਜਿੰਨੀਆਂ ਵੀ ਕਾਮਨਾ ਉਹ ਕੰਮ 'ਚ ਆ ਜਾਂਦੀਆਂ। ਕ੍ਰੋਧ ਆ, ਮਦ, ਹੰਕਾਰ, ਇਹ ਚੀਜ਼ਾਂ ਵਿਆਪੀਆਂ ਹੋਈਆਂ ਜਿਨ੍ਹਾਂ ਨੂੰ ਐਸੇ ਜਿਹੜੇ ਲੋਕ ਆ ਉਹ 84 ਲੱਖ ਜੂਨਾਂ ਫਿਰ ਕੇ ਇਹਨਾਂ ਜੂਨੀ ਚੱਕਰਾਂ ਦੇ ਵਿੱਚ ਪਾਏ ਜਾਂਦੇ ਆ। ਜਿਵੇਂ ਉਹ ਰਾਜੇ ਨੇ ਕਿਲ੍ਹਾ ਬਣਾਇਆ, 84 ਦਰਵਾਜ਼ੇ, 3 ਬੰਦ, 83 ਬੰਦ 84ਵਾਂ ਖੁੱਲ੍ਹਾ। ਕਹਿੰਦਾ ਜਿਹੜਾ ਇੱਥੋਂ ਨਿਕਲਿਆ ਮੇਰਾ ਵਾਰਸ ਨੂੰ ਬਣਾ ਦੇਣਾ। ਬਹੁਤਿਆਂ ਨੇ ਯਤਨ ਕੀਤੇ, ਕਿਤੇ ਤਾਂ ਬੇਸਵਾਲ ਸੀ, ਕਿਤੇ ਮੀਟ ਸੀ, ਕਿਤੇ ਸ਼ਰਾਬ ਸੀ, ਜੀ, ਕਿਤੇ ਕੋਈ ਸੀ, ਉਹ ਜਾਲ 'ਚ ਫਸ ਦੇਵੇ। ਇੱਕ ਨਿਕਲਿਆ ਅਤੇ ਉਹ ਅੱਖਾਂ ਤੋਂ ਮਨਾਖਾ ਸੀ, ਸਿਰ ਤੋਂ ਗੰਜਾ ਸੀ। ਕਹਿੰਦੇ ਕੰਧ ਨਾ ਛੱਡੀ। ਉਹ ਤੁਰਿਆ ਗਿਆ, ਕਿਤੇ ਉਹ ਸਿਰ 'ਤੇ ਮੱਖੀ ਬਹਿ ਗਈ ਸ਼ਹਿਦ ਵਾਲੀ, ਉਹ ਖਾ ਜੇ ਉਹਨੂੰ ਉਡਾਉਣ ਲੱਗਾ, ਉੱਤੇ ਸ਼ਹਿਦ ਦਾ ਹੱਥ ਵੱਜਾ, ਮੂੰਹ ਉੱਤੇ ਨੂੰ ਕੀਤਾ, ਮੂੰਹ 'ਚੋਂ ਟੇਪਾ ਪਿਆ। ਉਹ ਚੜ੍ਹਦਾ ਨਿਕਲ ਗਿਆ, ਉਹ ਖੁੱਲ੍ਹਾ ਦਰਵਾਜ਼ਾ ਨਿਕਲ ਗਿਆ, ਫਿਰ ਮੁੜ ਕੇ ਘੇਰੇ 'ਚ ਪੈ ਗਿਆ। ਇਸ ਤਰ੍ਹਾਂ 84 ਲੱਖ ਜੂਨਾਂ ਦੇ ਵਿੱਚ ਉਹ ਫਿਰ ਕੇ ਵਾਰ ਜੋਨੀਆਂ ਵਿੱਚ ਪੈਂਦੇ ਹਨ, ਜਿਹੜੇ ਪੰਜੇ ਵਿਕਾਰਾਂ ਦੇ ਅਧੀਨ ਹੋ ਕੇ ਚੱਲਦੇ ਹਨ। ਮਾਇਆ ਜਾਲ ਪਸਾਰਿਆ, ਭੀਤਰ ਚੋਗ ਬਣਾਏ। ਇਹ ਮਾਇਆ ਨੇ ਜਾਲ ਪਸਾਰ ਦਿੱਤਾ ਨਾ। ਜਿਵੇਂ ਸ਼ਿਕਾਰੀ ਸੀ ਨਾ, ਹੁਣ ਚੋਗਾ ਖਿਲਾਰਤਾ ਜਾਲ ਪਿੱਛੇ। ਉਹ ਸੰਤਾਂ ਨੇ ਇੱਕ ਤੋਤਾ ਪੜ੍ਹਾਇਆ ਹੋਇਆ ਸੀ ਕਿ ਸ਼ਿਕਾਰੀ ਆਏਗਾ, ਚੋਗਾ ਪਾਏਗਾ, ਜਾਲ ਵਿਛਾਏਗਾ, ਫਸ ਨਾ ਜਾਣਾ, ਧੋਖੇ ਮੈਨੇ ਆਉਣਾ, ਫੜ ਲੈ ਜਾਏਗਾ, ਪਿੰਜਰੇ ਪਾਏਗਾ। ਉਹ ਪੜ੍ਹਾਇਆ ਸੀ ਤੋਤਾ। ਪੜ੍ਹਾ ਦਿੰਦੇ ਨਾ ਤੋਤਿਆਂ ਨੂੰ। ਉਹ ਸਾਧ ਸਿਉਂ ਦੂਏ ਤੋਤੇ ਵੀ ਪੜ੍ਹਾਤੇ। ਸ਼ਿਕਾਰੀ ਕਹਿੰਦਾ ਵੀ ਇਹਨਾਂ ਨੂੰ ਕਿਹੜਾ ਉਸਤਾਦ ਮਿਲ ਗਿਆ
ਇਹ ਤੋਤੇ ਸਾਰੇ ਪੜ੍ਹਾ ਦਿੱਤੇ ਆ, ਇਹ ਕਾਬੂ ਕਿੱਥੇ ਆਉਣੇ ਆ। ਕਹਿੰਦੇ ਦੇਖ ਲਈਏ ਵੀ ਪੜ੍ਹਾਕੂ ਹੀ ਆ, ਅਮਲ ਵੀ ਹੈਗਾ। ਉਹ ਜਾਲ ਦੂਰ ਸੀ, ਜੋ ਖਿਲਾਰਤੀ ਉਹਨਾਂ ਪੜ੍ਹੀ ਜਾਂਦੇ ਆ ਅਤੇ ਨਾਲੇ ਖਾਈ ਪੀ ਜਾਂਦੇ ਆ। ਉਹ ਪੜ੍ਹਿਓ ਨੇ ਸਾਰੇ ਫਸਾ ਦਿੱਤੇ। ਸੋ ਇਸ ਵਾਸਤੇ ਕਹਿੰਦੇ ਪੜ੍ਹਾਕੂ ਹੀ ਹੈ। ਇਸ ਤਰ੍ਹਾਂ ਅੱਜ ਵੀ ਦੁਨੀਆ ਪੜ੍ਹ ਬਹੁਤ ਗਈ ਹੈ ਅਤੇ ਮੁੜ ਕੇ ਫਿਰ ਬੁਰਾਈ ਵਿੱਚ ਫਸ ਰਹੀ ਹੈ। ਇਹ ਨਹੀਂ ਵੀ ਅਨਪੜ੍ਹੇ ਗਲਤੀਆਂ ਕਰਦੇ, ਪੜ੍ਹੇ ਲਿਖੇ ਵੀ ਬਥੇਰੀਆਂ ਕਰੀ ਜਾਂਦੇ। ਇਹਦਾ ਮਹਾਰਾਜ ਹੀ ਕਿਰਪਾ ਕਰੇ ਨਾ, ਵਿਦਿਆ ਵਿਚਾਰੀ ਤਾਂ ਪਰਉਪਕਾਰੀ ਵਾਲੀ ਗੱਲ ਬਣਦੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਮਾਇਆ ਨੇ ਐਸਾ ਜਾਲ ਪਸਾਰਿਆ ਹੋਇਆ, ਇਹ ਪਦਾਰਥਾਂ ਰੂਪੀ ਚੋਗਾ ਬਣਾ ਕੇ ਖਿਲਾਰ ਦਿੱਤਾ ਆ। ਇਹਦੇ 'ਚ ਆ ਕੇ ਉਹ ਫਸ ਰਹੇ ਹਨ। ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨ ਪਾਏ ਮਾਏ। ਇਹ ਜੀਵ ਰੂਪੀ ਪੰਛੀ ਤ੍ਰਿਸ਼ਨਾ ਦਾ ਬੱਧਾ ਹੋਇਆ ਫਸ ਜਾਂਦਾ, ਮੁੜ ਕੇ ਨਿਕਲਣਾ ਨਹੀਂ ਪਾਉਂਦਾ। ਜਿਵੇਂ ਉਹ ਤੋਤਾ ਫਸ ਗਿਆ ਨਾ, ਉਹ ਅੱਗੇ ਸੰਤ ਕਥਾ ਕਰਿਆ ਕਰਨ, ਕਹਿੰਦੇ ਵੀ ਰਾਮ ਰਾਮ ਕਹਿਣ ਨਾਲ ਛੁਟਕਾਰਾ ਹੁੰਦਾ। ਮੈਂ ਰਾਮ ਰਾਮ ਕਹਿਣਾ ਵੀ ਮੈਂ ਤਾਂ ਵਿੱਚ ਹੀ ਫਸਿਆ, ਵੀ ਮੇਰੀ ਬੇਨਤੀ ਕਰਿਓ। ਸੰਤ ਕਹਿਣ ਲੱਗੇ ਤੂੰ ਚੋਗੇ ਵਾਸਤੇ, ਚੋਰ ਕੁੱਟ ਤੋਂ ਬਚਣ ਵਾਸਤੇ ਰਾਮ ਦੀ ਸਹੁੰ ਖਾਂਦਾ, ਮੰਗਤਾ ਮੁੱਠ ਡਾਟੇ ਲਈ ਰਾਮ ਰਾਮ ਬਾਜ਼ਾਰਾਂ ਵਿੱਚ ਵੇਚਦਾ ਫਿਰਦਾ, ਤੂੰ ਬਦਾਮਾਂ ਦੀ ਚੂਰੀ ਲਈ ਕਰਦਾ। ਸਾਹ ਘੜੀਸ ਕੇ ਪੈ ਜਾ, ਹਾਂਜੀ ਜੀਵਤ ਪਾ ਤੂੰ ਮਰ ਜਾ, ਫੇਰ ਗੱਲ ਬਣਦੀ ਹੁੰਦੀ। ਉਹ ਸਾਹ ਜਾ ਘੜੀਸ ਕੇ ਪੈ ਗਿਆ। ਘਰਦਿਆਂ ਨੇ ਕਿਹਾ ਵੀ ਮਰ ਗਿਆ। ਅਤੇ ਉਹ ਜਿਹੜੇ ਬਾਹਰ ਕੱਢੀਏ ਹਵਾ ਸ਼ਾਇਦ ਲੱਗੇ ਉੱਡੇ, ਉਹ ਤੀਰੀ ਜਿਹੀ ਅੱਖ ਨਾਲ ਦੇਖਣਾ ਅਡਾਰੀ ਮਾਰ ਗਿਆ। ਕਹਿੰਦਾ ਰਾਮ ਰਾਮ ਸਾਤਿਆ ਪਰ ਪੂੰਜੀ ਸੰਤ ਨ ਹੱਥ। ਉਹਨੇ ਜੁਗਤੀ ਦੱਸੀ ਦੇ ਨਿਕਲਿਆ। ਇਸ ਤਰ੍ਹਾਂ ਕਹਿੰਦੇ ਜਿਹੜਾ ਜੀਵ ਹੈ ਤ੍ਰਿਸ਼ਨਾ ਪਦਾਰਥਾਂ ਦੀ, ਜੇ ਜੀਵ ਰੂਪੀ ਪੰਛੀ ਫਸਿਆ ਹੋਇਆ, ਜਿਹੜੇ ਫਸ ਜਾਂਦਾ ਹਾਂਜੀ ਗੁਰੂ ਤੋਂ ਬਿਨਾਂ, ਗੁਰੂ ਦੀ ਸ਼ਰਨ ਦੇ ਬਿਨਾਂ ਨਿਕਸ ਨਾ ਪਾਏ, ਨਿਕਲਣਾ ਨਹੀਂ ਪਾਉਂਦਾ ਹੈ। ਇਹ ਕਿਸੇ ਪ੍ਰਕਾਰ ਨਹੀਂ ਨਿਕਲਦਾ ਹੈ। ਜਿਨ ਕੀਤਾ ਦਿਸੈ ਨ ਜਾਣਈ ਫਿਰ ਆਵੈ ਜਾਏ। ਜਿਸ ਪਰਮਾਤਮਾ ਨੂੰ ਪੈਦਾ ਕੀਤਾ ਉਹਨੂੰ ਜਾਣਦਾ ਨਹੀਂ। ਜਿਵੇਂ ਪਾਣੀ ਵਿੱਚੋਂ ਬੁੜਬੜਾ ਪੈਦਾ ਹੁੰਦਾ ਨਾ, ਆਪਣੀ ਹੋਂਦ ਬਣਾ ਕੇ ਬਹਿ ਜਾਂਦਾ। ਇਹ ਆਪਣੀ ਹੋਂਦ ਜੁਦੀ ਬਣਾ ਕੇ ਬਹਿੰਦਾ, ਇਹ ਨਹੀਂ ਜਾਣਦਾ ਵੀ ਮੈਨੂੰ ਪੈਦਾ ਕਰਨ ਵਾਲਾ ਪਰਮੇਸ਼ਰ ਹੈ। ਇਸ ਕਰਕੇ ਉਹਨੂੰ ਭੁੱਲਣ ਕਰਕੇ ਭੁੱਲਾਂ ਭਲਾਈਆਂ 'ਚ ਪਿਆ ਹੋਇਆ ਫਿਰ ਬਾਰ-ਬਾਰ ਆਉਂਦਾ ਹੈ ਜਾਂਦਾ ਹੈ, ਆਉਂਦਾ ਹੈ ਜਾਂਦਾ। ਜਿਵੇਂ ਹਲਟ ਦੀਆਂ ਟਿੰਡਾਂ ਭਰ ਜਾਂਦੀਆਂ ਅਤੇ ਆਉਂਦੀਆਂ ਖਾਲੀ ਹੋ ਕੇ ਫੇ। ਇਸ ਤਰ੍ਹਾਂ ਕਦੀ ਸਵਰਗਾਂ 'ਚ ਕਦੀ ਨਰਕਾਂ 'ਚ ਜੂਨੀਆਂ ਵਿੱਚ ਆਉਂਦਾ ਹੈ ਜਾਂਦਾ ਹੈ, ਫੇਰਿਆਂ ਵਿੱਚ ਇਹ ਫਿਰਦਾ ਰਹਿੰਦਾ ਹੈ। ਅਨੇਕ ਪ੍ਰਕਾਰੀ ਮੋਹਿਆ ਬਹੁ ਵਿਦ ਇਹੋ ਸੰਸਾਰ। ਇਹ ਬਹੁਤ ਵਿਧੀਆਂ ਨਾਲ ਇਹ ਸੰਸਾਰ ਅਨੇਕ ਪ੍ਰਕਾਰ ਦੀ ਮਾਇਆ ਹੈ, ਉਹਦੇ 'ਚ ਭਰਮਿਆ ਹੋਇਆ। ਬਹੁਤ ਪ੍ਰਕਾਰ ਬਹੁਤ ਤਰੀਕਿਆਂ ਨਾਲ ਨਿਕਲਣ ਦਾ ਕੋਈ ਤਰੀਕਾ ਨਹੀਂ। ਫਾਸਣ ਕੀ ਵਿਦ ਸਭ ਕੁਝ ਜਾਣੈ, ਛੂਟਣ ਕੀ ਇੱਕ ਹਾਂਜੀ ਕੋਈ ਉਹ ਬਿਰਲਾ ਹੀ ਹੈ। ਇਹ ਬਹੁਤ ਵਿਧੀਆਂ ਦਾ ਜਿਹੜਾ ਸੰਸਾਰ ਆ, ਅਨੇਕ ਪ੍ਰਕਾਰ ਦੀ ਮਾਇਆ ਨਾਲ ਮੋਹਿਆ ਹੋਇਆ ਹੈ। ਜਿਸਨੂੰ ਰੱਖੈ ਸੋ ਰਹੈ ਸਮ੍ਰਿਥ ਪੁਰਖ ਅਪਾਰ। ਜਿਹਨੂੰ ਕਿਰਪਾ ਕਰਕੇ ਸੋਝੀ ਦੇ ਕੇ ਮਾਇਆ ਦੇ ਜਾਲ ਤੋਂ ਰੱਖ ਲਵੇ, ਉਹ ਰਹਿੰਦਾ। ਉਹ ਪੁਰਖ ਸਮਰੱਥ ਆ, ਉਹ ਪਾਪਾਂ ਤੋਂ ਰੱਖਿਆ ਕਰਨ ਵਾਲਾ। ਅਪਾਰ ਉਹਦਾ ਪਾਰਾਵਾਰ ਨਹੀਂ ਪਾਇਆ ਜਾਂਦਾ ਹੈ। ਹਰ ਜਨ ਹਰ ਲਿਵ ਉਦਰੇ ਨਾਨਕ ਸਾਧ ਬਲਿਹਾਰ। ਜਿਹੜੇ ਹਰੀ ਦੇ ਜਾਣਿਆ ਉਹ ਹਰੀ ਨਾਲ ਲਿਵ ਜੋੜ ਕੇ ਉਧਰੇ ਆਧਾਰ ਕਰ ਲੈਂਦੇ, ਬਚ ਜਾਂਦੇ, ਆਪ ਵੀ ਬਚਦੇ, ਦੁਨੀਆਂ ਨੂੰ ਵੀ। ਧੰਨ ਧੰਨ ਬਾਬਾ ਅਤਰ ਸਿੰਘ ਮਹਾਰਾਜ ਮਸਤੂਨੇ ਵਾਲੇ, ਇਹ ਕੋਈ ਸੰਨਿਆਸੀ ਸਾਧੂ, ਉਹ ਕਹਿੰਦੇ ਵੀ ਜਿਹੜਾ ਬ੍ਰਹਮ ਗਿਆਨੀ ਮਾਇਆ ਤੋਂ ਕਿਵੇਂ ਬਚ ਜਾਂਦਾ, ਇਹ ਸਾਤੋਂ ਤਾਂ ਬਚਿਆ ਨਹੀਂ ਜਾਂਦਾ। ਸਾਧ ਮੈਂ ਵੀ ਬਣਿਆ ਹੋਇਆ ਸੰਨਿਆਸੀ ਕੌਣ। ਸਿਆਲ ਦਾ ਮਹੀਨਾ ਸੀ ਅਤੇ ਸੰਤਾਂ ਨੇ ਉਹ ਲੋਈ ਦੀ ਬੁੱਕਲ ਮਾਰੀ ਹੋਈ ਸੀ ਅਤੇ ਦੂਆ ਫੁਰਨਾ ਹੋ ਗਿਆ, ਜੇ ਜਾਣੀ ਜਾਣ ਹੁਣ ਮੈਨੂੰ ਲੋਈ ਦੇ ਦੇਣ, ਠੰਡ ਆ। ਅਤੇ ਸੰਤ ਜਿਹੜੇ ਸਾਧ ਸੰਗ ਸੰਤਾਂ ਕੋ ਆਇਆ, ਕਹਿੰਦੇ ਲਓ ਬਾਬਾ ਜੀ ਲੋਈ ਲੈ ਲਓ, ਠੰਡ ਆ। ਕਹਿੰਦੇ ਨੇ ਮਹਾਰਾਜ ਤੁਸੀਂ ਰੱਖੋ। ਕਹਿੰਦੇ ਸਾਧਾ ਨਾ ਮੰਗੀ ਜਾਣਾ ਨਾ ਤਿਆਗੀ ਬਣਦਾ। ਕਹਿੰਦੇ ਜਿਵੇਂ ਤੈਨੂੰ ਮੈਂ ਲੋਈ ਲਾ ਕੇ ਫੜਾਤੀ ਨਾ, ਬ੍ਰਹਮ ਗਿਆਨੀ ਮਾਇਆ ਲਾ ਕੇ ਵੀ ਐਵੇਂ ਪਰੇ ਰੱਖ ਦਿੰਦਾ ਹੁੰਦਾ। ਦੋਹਾਂ ਪ੍ਰਸ਼ਨਾਂ ਦਾ ਉੱਤਰ ਦੇ, ਇੱਕ ਤੀਰ ਨਾਲ ਦੋਏ ਨਿਸ਼ਾਨੇ ਸਿੰਘ ਦਿੱਤੇ। ਕਿਉਂਕਿ ਜਿਹੜਾ ਉਹਦਾ ਜਨ ਬਣ ਜਾਂਦਾ, ਉਹਦੇ ਨਾਮ ਨਾਲ ਲਿਵ ਜੋੜ ਲੈਂਦਾ, ਉਹਦਾ ਆਧਾਰ ਹੁੰਦਾ। ਜਿਨ੍ਹਾਂ ਦਾ ਆਧਾਰ ਹੋ ਗਿਆ ਉਹਨਾਂ ਮਹਾਂਪੁਰਖਾਂ ਤੋਂ, ਗੁਰਮੁਖ ਪਿਆਰਾਂ ਤੋਂ, ਗੁਰੂ ਖਾਲਸਾ ਪੰਥ ਬੇਅੰਤ ਐਸੇ ਗੁਰਸਿੱਖ ਮਹਾਂਪੁਰਖ ਆ ਜਿਹੜੇ ਗੁਰੂ ਕੀ ਕਿਰਪਾ ਦੇ ਪਾਤਰ ਬਣੇ ਆ। ਅਸੀਂ ਕਹਿੰਦੇ ਉਹਨਾਂ ਗੁਰਮੁਖਾਂ ਤੋਂ ਸਦਾ ਵਾਸਤੇ ਬਲਿਹਾਰ ਜਾਂਦੇ ਹਾਂ। ਜਿਸਨੂੰ ਰੱਖੈ ਸੋ ਰਹੈ ਸਮ੍ਰਿਥ ਪੁਰਖ ਅਪਾਰ। ਹਰ ਜਨ ਹਰ ਲਿਵ ਉਦਰੇ
ਨਾਨਕ ਸਦ ਬਲਿਹਾਰ। ਇਹ ਸਤ ਸੰਗਿਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਤਖਤ, ਜਿਸ ਜਗ੍ਹਾ ਖਾਲਸਾ ਪੰਥ ਦੀ ਸਿਰਜਣਾ ਹੋਈ, ਕੇਸਾਂ ਧਾਰੀ ਖਾਲਸਾ ਬਣਾਇਆ, ਇਹਦਾ ਨਾਂ ਕੇਸਗੜ੍ਹ ਹੈ। ਇੱਥੇ ਆ ਕੇ ਪਰਨ ਕਰੋ ਕਿ ਅਸੀਂ ਅੱਜ ਤੋਂ ਬਾਅਦ ਜਿਹੜੇ ਰੋਮਾਂ ਦੀ ਬੇਅਦਬੀ ਕਰਦੇ ਆ, ਚਾਹੇ ਮਾਈਆਂ ਚਾਹੇ ਭਾਈ ਹੈ, ਉਹ ਰੋਮਾਂ ਦੀ ਬੇਅਦਬੀ ਨਹੀਂ ਕਰਾਂਗੇ। ਤੜਕੇ ਉੱਠ ਕੇ ਇਸ਼ਨਾਨ ਕਰਾਂਗੇ, ਸ੍ਰੀ ਜਪਜੀ ਸਾਹਿਬ ਦਾ ਪਾਠ ਕਰਾਂਗੇ, ਸ਼ਾਮ ਨੂੰ ਰਹਿ ਰਾਸ ਕੀਰਤਨ 16 ਜਿਹੜੇ ਅੰਮ੍ਰਿਤ ਛਕਣਾ ਚਾਹੁੰਦੇ ਆ, 5 ਬਾਣੀਆਂ ਸਵੇਰੇ ਸ਼ਾਮ ਨੂੰ, ਰਹਿ ਰਾਸ, ਆਰਤੀ, ਕੀਰਤਨ 16 ਪੜ੍ਹਨ, ਮੂਲ ਮੰਤਰ ਗੁਰਮੰਤਰ ਦਾ ਅਭਿਆਸ, ਚਾਰੇ ਬਜਰ ਕਰਾਤਾਂ ਤੋਂ ਬਚਣਾ, 5 ਜਿਹੜੀਆਂ ਰਹਿਤਾਂ ਉਹਨਾਂ 'ਚ ਪਰਪੱਕ ਹੋਣਾ, ਖੰਡੇ ਵਾਲਾ ਅੰਮ੍ਰਿਤ ਛਕ ਕੇ ਗੁਰੂ ਖਾਲਸਾ ਪੰਥ ਦੇ ਵਫਾਦਾਰ ਬਣਨਾ। ਸੋ ਸਾਧ ਸੰਗਤ ਜੀ, ਫਿਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹਨਾਂ ਦੇ ਬਚਨਿਆਂ ਬਾਬਾ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਪਵਿੱਤਰ ਤਖਤ 'ਤੇ ਯਾਤਰਾ 'ਤੇ ਆਉਣ ਦਾ ਪ੍ਰਯੋਜਨ ਤਾਂ ਇਹ ਹੀ ਹੈ ਕਿ ਜਿਹੜੀਆਂ ਅੱਜ ਸਾਡੇ 'ਚ ਖਾਮੀਆਂ ਆ ਗਈਆਂ, ਇਹਨਾਂ ਨੂੰ ਦੂਰ ਕਰੀਏ, ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਵਤਾਰ ਗੁਰਪੁਰਬ ਦੀ ਆਪ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਅਤੇ ਸਿੰਘ ਸਾਹਿਬ ਜੀ ਦਾ, ਜਥੇਦਾਰ ਸਾਹਿਬ ਜੀ ਦਾ, ਔਰ ਹੈੱਡ ਗ੍ਰੰਥੀ ਸਾਹਿਬ ਅਤੇ ਬਾਕੀ ਸੇਵਾਦਾਰ, ਮੈਨੇਜਰ ਸਾਹਿਬ, ਸਮੁੱਚੇ ਸੇਵਾਦਾਰਾਂ ਦਾ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਮਹਾਰਾਜ ਕਿਰਪਾ ਕਰਨ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਖਾਲਸਾ ਪੰਥ ਵਿੱਚ ਏਕਤਾ, ਇਤਫਾਕ, ਪਿਆਰ, ਚੜ੍ਹਦੀ ਕਲਾ ਬਖਸ਼ਿਸ਼ ਕਰਨ। ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ, ਮਹਾਰਾਜ ਦਾ ਅਵਤਾਰ ਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਵਤਾਰ ਪੁਰਬ ਮਨਾਇਆ ਜਾ ਰਿਹਾ। ਕੱਲ੍ਹ ਨਗਰ ਕੀਰਤਨ ਸੀ, ਅੱਜ ਮੰਜੀ ਸਾਹਿਬ ਦੀਵਾਨ ਹਾਲ 'ਚ ਦਰਬਾਰ ਸਾਹਿਬ ਸਮਾਗਮ ਹੋ ਰਿਹਾ। ਸਾਰੀਆਂ ਸਿੱਖ ਸੰਪਰਦਾਵਾਂ ਦੇ ਨੁਮਾਇੰਦੇ ਆ ਕੇ ਗੁਰੂ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਸਮੁੱਚੀਆਂ ਸੰਗਤਾਂ ਪੁਸ਼ਪ ਭੇਟ ਕਰ ਰਹੀਆਂ। ਸਾਰੀਆਂ ਸੰਗਤਾਂ ਦਾ, ਸਾਰੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਦੇਸਾਂ ਪ੍ਰਦੇਸਾਂ ਜਿੱਥੇ ਵੀ ਸੰਗਤਾਂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਅਵਤਾਰ ਪੁਰਬ, ਔਰ ਦਿੱਲੀ ਵੀ ਮਨਾਇਆ ਜਾ ਰਿਹਾ, ਔਰ ਸੀਸਗੰਜ, ਇੱਥੇ ਵੀ ਸੀਸਗੰਜ ਗੁਰਦੁਆਰਾ ਸਾਹਿਬ ਸੰਗਤ ਮਨਾ ਰਹੀ ਹੈ। ਤਖਤ ਕੇਸਗੜ੍ਹ ਸਾਹਿਬ ਵੀ ਇਤਿਹਾਸ ਦੀ ਵਿਆਖਿਆ। ਦੂਜਾ ਮਹਾਰਾਜ ਦੇ ਚਰਨ ਸੇਵਕ ਭਾਈ ਧੰਨੇ ਜੀ ਦਾ ਜਨਮ ਦਿਨ ਵੀ ਸੰਗਤਾਂ ਮਨਾ ਰਹੀਆਂ। ਸਮੁੱਚੇ ਸਮਾਗਮਾਂ ਦੀ ਆਪ ਸਾਰਿਆਂ ਨੂੰ ਵਧਾਈ ਅਤੇ ਮਹਾਰਾਜ ਦੇ ਅਵਤਾਰ ਪੁਰਬ ਦੀ ਬਹੁਤ ਬਹੁਤ ਵਧਾਈਆਂ। ਗੁਰੂ ਮਹਾਰਾਜ ਕਿਰਪਾ ਕਰਨ, ਪੰਥ ਵਿੱਚ ਏਕਤਾ, ਇਤਫਾਕ, ਚੜ੍ਹਦੀ ਕਲਾ, ਸਭ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ, ਤੰਦਰੁਸਤੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।